ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਰ ਮਹਿਲੇ ਕਾਰ ਖਿਖ ਤਬਹੀ, ਗਏ ਮਹੰਤ ਸੰਤ ਜਹ ਸਭ ਹੀ। ਕਰ ਬੰਧਨ ਤਿਨਕੇ ਢਿਗ ਬੈਸੇ, ਕੁੰਭਜ ਨਿਕਟ ਰਘੂ ਤਮ ਜੈਸੇ। ਕਰ ਮਹਿਲੇ ਕਾਰ ਖਿਕ ਤਬਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ ਕਿਰਪਾ ਦੇ ਸਾਗਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਤ ਸੰਗਤ ਦੀਆਂ ਘੜੀਆਂ ਦਾ ਇਸ ਭਾਗ ਸਮਾਂ ਸਵਾਸਾਂ ਦੇ ਸਫਲ ਕਰਨ ਨੂੰ ਆਪਾਂ ਨੂੰ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਦੀਨ ਦਿਆਲ ਦੁੱਖਾਂ ਦੇ ਨਾਸ਼ਕ ਆਤਮਿਕ ਸੁੱਖ ਨੂੰ ਬਖਸ਼ਣ ਵਾਲੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਦੇ ਸਤਿਕਾਰਯੋਗ ਪਿਤਾ ਬਾਬਾ ਕਾਲੂ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਜੋ ਖਰਾ ਸੌਦਾ ਹੈ ਇਹਦੇ ਕਰਨ ਲਈ 20 ਰੁਪਏ ਦੇਣਾ ਕੀਤੇ ਹੈ। ਪਹਿਲੋਂ ਬੜੀਆਂ ਸਿੱਖਿਆਵਾਂ ਸਿਖਾਈਆਂ ਨੇ, ਬਹੁਤ ਤਰ੍ਹਾਂ ਨਾਲ ਆਪਣੇ ਚਿੱਤ ਦੀ ਚਿੰਤਾ ਪ੍ਰਗਟ ਕੀਤੀ ਹੈ। ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਨੂੰ ਫਿਰ ਇਉਂ ਕਿਹਾ ਕਿ ਸਾਡੀਆਂ ਪਿਛਲੀਆਂ ਕੀਤੀਆਂ ਹੋਈਆਂ ਭੁੱਲਾਂ ਆਪ ਮਾਫ ਕਰੋ। ਅੱਗੇ ਤੋਂ ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਹੀ ਤੁਹਾਡੀ ਪਿਤਾ ਜੀ ਰਜਾ ਵਿੱਚ ਚੱਲਾਂਗੇ। ਬਾਬਾ ਕਾਲੂ ਜੀ ਬਹੁਤ ਖੁਸ਼ ਹੋਏ ਤੇ ਫਿਰ ਸਤਿਗੁਰਾਂ ਜੀ ਨੂੰ ਕਿਹਾ ਕਿ ਮੇਰੇ ਦਿਲ ਦੀ ਖਾਹਿਸ਼ ਤਾਂ ਸੀ ਜਦੋਂ ਤੁਸੀਂ ਖੇਤੀ ਬੀਜੀ ਸੀ ਕਿ ਚੰਗਾ ਜੇ ਤੁਸੀਂ ਖੇਤੀਬਾੜੀ ਕਰਨ ਲੱਗ ਜਾਓਗੇ ਤੇ ਮੇਰਾ ਮਨ ਸੀ ਤੁਹਾਨੂੰ ਵੱਖਰਾ ਹੀ ਨਗਰ ਵਸਾ ਦਿਆਂਗਾ, ਪਰ ਉਹ ਤਾਂ ਮੇਰੀਆਂ ਆਸਾਂ ਵਿੱਚ ਧਰੀਆਂ ਹੀ ਧਰਾਈਆਂ ਰਹਿ ਗਈਆਂ। ਹੁਣ ਤੁਸੀਂ ਜਿਹੜਾ ਜੇ ਖੇਤੀ ਵਿੱਚ ਮਨ ਨਹੀਂ ਲੱਗਦਾ ਤਾਂ ਜਿਹੜਾ ਵਪਾਰ ਹੈ ਵਣਜ ਉਹ ਤੁਸੀਂ ਕੋਈ ਕਰੋ। ਤੇ ਭਾਈ ਬਾਲਾ ਜੀ ਨੂੰ ਸਤਿਗੁਰਾਂ ਦੇ ਪਿਤਾ ਜੀ ਨੇ ਨੌਕਰ ਭੇਜ ਕਰਕੇ ਬੁਲਾਇਆ ਤੇ ਭਾਈ ਬਾਲਾ ਜੀ ਦੇ ਹੱਥ ਵਿੱਚ 20 ਰੁਪਏ ਦਿੱਤੇ ਹੈ। ਆਖਿਆ ਕਿ ਜੇ ਤੁਸੀਂ ਇਹਦਾ ਕੋਈ ਚੰਗਾ ਇਸ ਵਾਰ ਲਾਭਦਾਇਕ ਸੌਦਾ ਕਰੋਗੇ ਤੇ ਫਿਰ ਮੈਂ ਖੁਸ਼ ਹੋ ਕੇ ਬੜੇ ਚਾਅ ਨਾਲ ਤੁਹਾਨੂੰ ਹੋਰ ਵੀ ਧਨ ਦਿਆਂਗਾ ਤੇ ਆਪਣੀ ਪੂੰਜੀ ਤੁਸੀਂ ਸਾਰੀ ਵੱਖਰੀ ਹੀ ਰੱਖੋ। ਇਉਂ ਬੜਾ ਮਹਾਰਾਜ ਜੀ ਨੂੰ ਧਨ ਦੇ ਇਕੱਠਾ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੂੰ ਬੜੀਆਂ ਸਿੱਖਿਆਵਾਂ ਸਿਖਾਈਆਂ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਲ ਭਾਈ ਬਾਲਾ ਜੀ ਚੱਲਣ ਨੂੰ ਤਿਆਰ ਹੋਏ। ਥੱਲੋਂ ਕੀਰਤਨ ਦੀ ਆਵਾਜ਼ ਆਉਂਦੀ ਹੈ ਤੇ ਉਹ ਥੋੜੀ ਘੱਟ ਕਰ ਦਿਓ ਜਾਂ ਥੋੜੇ ਚਿਰ ਲਈ ਬੰਦ ਕਰ ਦਿਓ। ਭਾਈ ਗੁਰਮੁਖ ਸਿੰਘ ਜੀ ਬੇਨਤੀ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਗਰੀਬ ਨਵਾਜ ਸਤਿਗੁਰੂ ਜੀ ਫਿਰ ਘਰੋਂ ਚੱਲਦੇ ਹੈ। ਭਾਈ ਬਾਲਾ ਜੀ ਰੇਸ਼ਮੀ ਇੱਕ ਬਸਤਰ ਆਪਣੇ ਮੋਢੇ ਤੇ ਚਾਦਰਾ ਧਰਿਆ ਏ। ਮਹਾਰਾਜ ਦੇ ਪਿਤਾ ਜੀ ਪਿੱਛੇ ਪਿੱਛੇ ਨਾਲ ਆਏ ਦੂਰ ਤੱਕ ਬੜੀਆਂ ਸਿੱਖਿਆਵਾਂ ਸਿਖਾਉਂਦੇ ਹੋਏ। ਫਿਰ ਭਾਰੀ ਮੋਹ ਕਰਕੇ ਹੌਲੀ ਹੌਲੀ ਪਿੱਛੇ ਹਟੇ ਹੈ। ਤਾਂ ਵੀ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਦੇ ਪਿਤਾ ਜੀ ਮੁੜ ਮੁੜ ਕੇ ਪਿੱਛੇ ਨੂੰ ਵੇਖਦੇ ਰਹੇ। ਇਉਂ ਫਿਰ ਕਈ ਨਗਰ ਆਏ, ਕਈ ਸ਼ਹਿਰ ਆਏ। ਅਸੀਂ ਉਲੰਘਦੇ ਹੋਏ ਨਗਰਾਂ ਨੂੰ ਸ਼ਹਿਰਾਂ ਨੂੰ
ਜਿਹੜਾ ਅਸੀਂ ਚੱਲਦੇ ਗਏ, ਇੱਕ ਬਹੁਤ ਸੰਘਣਾ ਜੰਗਲ ਆਇਆ ਜਿੱਥੇ ਸਾਧੂ ਮਹਾਤਮਾ ਬੈਠੇ ਹੋਏ ਹੈ, ਬਹੁਤ ਭਾਰੀ ਤਪੱਸਿਆ ਕਰ ਰਹੇ ਹੈ। ਕੋਈ ਤਾਂ ਜਿਹੜਾ ਉਹ ਜਲ ਵਿੱਚ ਬੈਠਾ ਹੋਇਆ ਹੈ, ਕੋਈ ਅੱਗ ਦੇ ਨੇੜੇ ਬੈਠ ਕਰਕੇ ਬੜਾ ਭਾਰੀ ਤਪ ਕਰ ਰਿਹਾ ਹੈ। ਇਉਂ ਕੋਈ ਬਤਾ ਬਹੁਤ ਜ਼ਿਆਦਾ ਜਿਹੜਾ ਹੈ ਕਥਾ ਦੇ ਰਸ ਵਿੱਚ ਭਿੱਜਿਆ ਹੋਇਆ ਹੈ, ਗਿਆਨ ਦੇ ਬਚਨ ਕਹਿ ਤੇ ਸੁਣ ਰਹੇ ਹੈ। ਉਹਨਾਂ ਦੇ ਵਿੱਚ ਇੱਕ ਉਹਨਾਂ ਦੇ ਮਹੰਤ ਹਨ, ਉਹ ਕੈਸਾ ਸਰੂਪ ਹੈ ਤੇ ਇਉਂ ਲੱਗਦਾ ਜਿਵੇਂ ਤਪ ਨੇ ਹੀ ਆਪਣਾ ਸਰੂਪ ਧਾਰਨ ਕੀਤਾ ਹੋਵੇ। ਏਡਾ ਪ੍ਰਤਾਪੀ ਉਹਨਾਂ ਦਾ ਚਿਹਰਾ ਏ ਤੇ ਉਹਨਾਂ ਨੂੰ ਇਉਂ ਬੰਦਗੀ ਵਿੱਚ ਲੀਨ ਹੋਇਆ ਵੇਖ ਕਰਕੇ ਮਹਾਰਾਜ ਨੇ ਆਖਿਆ, ਭਾਈ ਬਾਲਾ, ਸਾਨੂੰ ਤਾਂ ਇਉਂ ਮਹਿਸੂਸ ਹੁੰਦਾ ਹੈ ਕਿ ਸਭ ਤੋਂ ਖਰਾ ਸੌਦਾ ਤਾਂ ਇੱਥੇ ਹੀ ਹੈ। ਹੁਣ ਜੇ ਕੋਈ ਘਰੋਂ ਸ਼ਹਿਦ ਲੈਣ ਨੂੰ ਤੁਰਿਆ ਹੋਵੇ ਤੇ ਮਿਲ ਜਾਵੇ ਉਹਨੂੰ ਅੰਮ੍ਰਿਤ, ਫਿਰ ਛੱਡਣਾ ਨਹੀਂ ਚਾਹੀਦਾ। ਜੇ ਕਰਕੇ ਬਣਜਣ ਨੂੰ ਤੁਰਿਆ ਹੋਵੇ ਕੌਡੀਆਂ ਤੇ ਮਿਲ ਜਾਵੇ ਹੀਰਾ, ਫਿਰ ਕਦੇ ਹੀਰੇ ਦਾ ਵਪਾਰ ਛੱਡਣਾ ਨਹੀਂ ਚਾਹੀਦਾ। ਇਹ ਜਿਹੜੇ ਭੁੱਖੇ ਸੰਤ ਮਹਾਂਪੁਰਸ਼ ਨੇ, ਇਹਨਾਂ ਨੂੰ ਇਹ 20 ਰੁਪਈਏ ਜਿਹੜੇ ਹੈ ਇਹ ਅਰਪਣ ਕਰੀਏ ਤੇ ਭੋਜਨ ਛਕਾ ਦਈਏ। ਭਾਈ ਬਾਲਾ ਜੀ ਕਹਿੰਦੇ, ਮੈਂ ਸੁਣ ਕਰਕੇ ਕਿਹਾ ਕਿ ਮਹਾਰਾਜ ਤੁਹਾਡੇ ਪਿਤਾ ਜੀ ਦਾ ਸੁਭਾਅ ਵੀ ਬੜਾ ਗਰਮ ਹੈ ਤੇ ਉਹਨਾਂ ਨੇ ਤੁਹਾਨੂੰ ਜਿਵੇਂ ਕੋਈ ਬਾਣੀਏ ਵਣਜ ਕਰਦੇ ਆ ਨਾ, ਉਸ ਤਰ੍ਹਾਂ ਵਣਜ ਦੇ ਕਰਨ ਲਈ ਇਹ 20 ਰੁਪਈਏ ਦਿੱਤੇ ਹੈ। ਫਿਰ ਤੁਸੀਂ ਅੱਗੇ ਜਿਵੇਂ ਤੁਹਾਡੀ ਮਰਜ਼ੀ ਹੈ, ਮੈਂ ਤਾਂ ਦਾਸ ਹਾਂ, ਸੇਵਕ ਹਾਂ, ਆਗਿਆ ਵਿੱਚ ਹਾਂ, ਜਿਵੇਂ ਕਹੋਗੇ ਉਵੇਂ ਹੀ ਮੈਂ ਆਗਿਆ ਵਿੱਚ ਚੱਲਣਾ ਹੈ। ਮਹਾਰਾਜ ਕਹਿੰਦੇ, ਭਾਈ ਬਾਲਾ, ਇਹ ਖਰਾ ਸੌਦਾ, ਨਾਲੇ ਪਿਤਾ ਜੀ ਦੀ ਤਾਂ ਇਹੋ ਆਖਿਆ ਨਾ ਕਿ ਖਰਾ ਸੌਦਾ ਕਰਨਾ, ਲਾਭਦਾਇਕ ਸੌਦਾ ਕਰਨਾ, ਇਸ ਤੋਂ ਲਾਭਦਾਇਕ ਸੌਦਾ ਹੋਰ ਨਹੀਂ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਏਡਾ ਵੱਡਾ ਲਾਭ ਵਾਲਾ ਸੌਦਾ ਕੀਤਾ ਏ ਕਿ ਅਤੁੱਟੀ ਲੰਗਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਚੱਲ ਰਿਹਾ ਹੈ। ਜਿੱਥੇ ਵੀ ਇਹ ਲੰਗਰ ਹਨ, ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਉਹ 20 ਰੁਪਈਆਂ ਦੀ ਬਰਕਤ ਹੀ ਵਰਤਦੀ ਹੈ ਗਰੀਬ ਨਵਾਜ਼ ਜੀ ਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਇਉਂ ਮਨ ਦੇ ਅੰਦਰ ਖਿਆਲ ਕੀਤਾ ਹੈ ਤੇ ਭਾਈ ਬਾਲਾ ਜੀ ਕਹਿੰਦੇ, ਮੈਂ ਤਾਂ ਬਚਪਨ ਤੋਂ ਹੀ ਸੱਚੇ ਪਾਤਸ਼ਾਹ ਜੀ ਦੀ ਆਗਿਆ ਹੀ ਵਿੱਚ ਰਿਹਾ। ਜਦੋਂ ਬਾਲਕ ਅਵਸਥਾ ਵਿੱਚ ਨਾਲ ਖੇਡਦਾ ਵੀ ਰਿਹਾ, ਕਦੇ ਮਹਾਰਾਜ ਦੀ ਆਗਿਆ ਨਹੀਂ ਸੀ ਮੋੜੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕਰ ਕਮਲਾਂ ਵਿੱਚ ਮੈਂ ਉਹ 20 ਰੁਪਈਏ ਤੇ ਸਮੇਂ ਦੇ ਦੇਣਾ ਕੀਤੇ। ਇੱਥੋਂ ਤੱਕ ਆਪਾਂ ਕਥਾ ਸਰਵਣ ਕੀਤੀ ਸੀ। ਅੱਗੇ ਜਿਵੇਂ ਕਥਾ ਆ ਰਹੀ ਹੈ, ਆਓ ਪਿਆਰ ਨਾਲ ਇਕਾਗਰਤਾ ਸਹਿਤ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰ ਮਹਿਲੇ ਕਾਰ ਖਿਕ ਤਬਹੀ। ਤਦੋਂ ਭਾਈ ਬਾਲਾ ਜੀ ਕਹਿੰਦੇ, ਮਹਾਰਾਜ 20 ਰੁਪਈਏ ਆਪਣੇ ਹੱਥਾਂ ਵਿੱਚ ਜਦੋਂ ਲੈ ਕਰਕੇ ਗਏ ਮਹੰਤ ਸੰਤ ਜਹ ਸਭ ਹੀ। ਜਿੱਥੇ ਸਾਰੇ ਸੰਤ ਬੈਠੇ ਐ, ਉਹਨਾਂ ਦੇ ਸੰਤਾਂ ਦੇ ਮਹੰਤ ਜੀ ਜਿੱਥੇ ਬੈਠੇ ਹੋਏ ਹਨ, ਉੱਥੇ ਸੱਚੇ ਪਾਤਸ਼ਾਹ ਜੀ ਚੱਲ ਕਰਕੇ ਆਏ ਆ, ਪਹੁੰਚੇ ਹਨ। ਕਰ ਬੰਧਨ ਤਿਨਕੇ ਢਿਗ ਬੈਸੇ। ਮਹਾਰਾਜ ਉਹ ਸਾਰੀ ਸੰਤ ਮੰਡਲੀ ਨੂੰ ਸੱਚੇ ਪਾਤਸ਼ਾਹ ਜੀ ਨਮਸਕਾਰ ਕਰਕੇ ਕੋਲ ਬੈਠ ਗਏ। ਕੁੰਭਜ ਨਿਕਟ ਰਘੂ ਤਮ ਜੈਸੇ। ਉਹ ਜੋ ਮਹੰਤ ਜੀ ਹਨ, ਉਹਨਾਂ ਦਾ ਸਰੂਪ ਕੈਸਾ ਹੈ? ਉਹ ਤਾਂ ਇਉਂ ਕੁੰਭਜ, ਜੋ ਕੁੰਭ ਤੋਂ ਘੜੇ ਤੋਂ ਪੈਦਾ ਹੋਣ ਵਾਲੇ ਅਗਸਤ ਮੁਨੀ ਜੀ, ਇਸ ਤਰ੍ਹਾਂ ਅਗਸਤ ਮੁਨੀ ਵਰਗਾ ਤੇਜ ਪ੍ਰਤਾਪ
ਤੇ ਸ੍ਰੀ ਗੁਰੂ ਜੀ ਵੱਲੋਂ ਇਉਂ ਦ੍ਰਿਸ਼ਟਾਂਤ ਦਿੰਦੇ ਹੋਏ ਕਵਿਰਾਜ ਕਹਿੰਦੇ, ਜਿਵੇਂ ਅਗਸਤ ਮੁਨੀ ਜੀ ਦੇ ਕੋਲ ਆ ਕਰਕੇ ਜਿਵੇਂ ਸ੍ਰੀ ਰਾਮਚੰਦਰ ਜੀ ਬੈਠੇ ਸਨ, ਜਦੋਂ ਪੰਚਵਟੀ ਵਿੱਚ ਜਾਣ ਤੋਂ ਪਹਿਲਾਂ ਸ੍ਰੀ ਰਾਮਚੰਦਰ ਜੀ ਅਗਸਤ ਮੁਨੀ ਨੂੰ ਮਿਲੇ ਸੀਗੇ, ਇਸ ਪ੍ਰਕਾਰ ਉਹ ਦ੍ਰਿਸ਼ਟਾਂਤ ਕੇਵਲ ਟਿਕਾਉਂਦੇ ਹਨ। ਕਹਿੰਦੇ ਹਨ ਇਉਂ ਸਤਿਗੁਰੂ ਜੀ ਜਾ ਕਰਕੇ ਬੈਠ ਗਏ ਮਹੰਤ ਜੀ ਦੇ ਕੋਲ। ਮ੍ਰਿਦੁਲ ਮਧੁਰ ਕਰੁਣਾ ਸੰਗ ਸਾਨੀ। ਬਹੁਤ ਮ੍ਰਿਦਲ ਕੋਮਲ ਅਤੇ ਇਸ ਪ੍ਰਕਾਰ ਕਰੁਣਾ ਦੇ ਨਾਲ ਜਿਹੜੀ ਹੈ ਮਿਲੀ ਹੋਈ ਜਿਹੜੀ ਬਾਣੀ ਹੈ। ਫਿਰ ਪੜੋ। ਮ੍ਰਿਦੁਲ ਮਧੁਰ ਕਰੁਣਾ ਸੰਗ ਸਾਨੀ। ਕੋਮਲ ਅਤੇ ਮਿੱਠੀ ਜਿਤ ਬਾਣੀ ਦੇ ਅੰਦਰ ਬਹੁਤ ਹੀ ਕਿਰਪਾ ਭਰੀ ਹੋਈ ਹੈ, ਕਰੁਣਾ ਭਰੀ ਹੋਈ ਹੈ, ਐਸਾ ਬਚਨ ਸਤਿਗੁਰੂ ਜੀ ਮੁਖ ਤੋਂ ਬੋਲੇ ਹੈ। ਬੋਲੇ ਪਰਮ ਮਨੋਹਰ ਬਾਣੀ। ਬਹੁਤ ਪਰਮ ਬਹੁਤ ਜ਼ਿਆਦੀ ਮਨ ਨੂੰ ਮੋਹ ਲੈਣ ਵਾਲੀ ਬਾਣੀ ਸੱਚੇ ਪਾਤਸ਼ਾਹ ਜੀ ਐਸਾ ਬਚਨ ਆਪਣੇ ਮੁਖ ਤੋਂ ਬੋਲਿਆ ਹਜੂਰ ਨੇ, ਸੁਣ ਕਰਕੇ ਮਨ ਹੀ ਮੋਹਿਆ ਜਾਵੇ। ਨਗਨ ਅੰਗ ਦਿਨ ਰੈਨ ਬਿਤਾਵਤ। ਮਹਾਰਾਜ ਕਹਿੰਦੇ ਸੰਤ ਜੀ ਇਹ ਸਾਰੇ ਸਰੀਰ ਦੇ ਅੰਗ ਨਗਨ ਹਨ, ਰਾਤ ਦਿਨ ਤੁਸੀਂ ਇਉਂ ਹੀ ਬਤੀਤ ਕਰਦੇ ਹੋ। ਪਹਿਰਤ ਨਹੀਂ ਕਿ ਹਾਥ ਨਾ ਆਵਤ। ਜਿਹੜੇ ਵਸਤਰ ਹਨ ਉਹ ਤੁਸੀਂ ਸਰੀਰ ਦੇ ਉੱਤੇ ਪਹਿਨਦੇ ਨਹੀਂ ਕਿ ਜਾਂ ਹਾਥੀ ਨਹੀਂ ਆਉਂਦੇ, ਭਾਵ ਪ੍ਰਾਪਤ ਨਹੀਂ ਹੁੰਦੇ ਹਨ ਪਹਿਨਣ ਵਾਸਤੇ। ਇਸ ਰਿਤ ਮੈਂ ਹੈ ਤਨ ਸੀਤ ਸੰਤਾਵਤ। ਇਸ ਠੰਡ ਦੀ ਰੁੱਤ ਦੇ ਅੰਦਰ ਤਾਂ ਬਹੁਤ ਜ਼ਿਆਦਾ ਸੀਤ ਜੋ ਹੈ, ਠੰਡ ਹੈ, ਉਹ ਸਰੀਰ ਨੂੰ ਸਤਾਉਂਦੀ ਹੈ, ਪੀੜਾ ਦਿੰਦੀ ਹੈ। ਬਹੁਰੋ ਬਰਖਾ ਉਸਨ ਤਪਾਵਤ। ਬਹੁਰੋ ਜੇ ਬਰਖਾ ਦੀ ਰੁੱਤ ਹੋਵੇ ਤਾਂ ਵੀ ਤੰਗੀ ਹੁੰਦੀ ਹੈ, ਗਰਮੀ ਹੋਵੇ ਤੇ ਗਰਮੀ ਵੀ ਤਪਾਉਂਦੀ ਹੈ ਜੇ ਸਰੀਰ ਦੇ ਉੱਪਰ ਬਸਤਰ ਨਾ ਹੋਵੇ। ਅਚਵਹੁ ਅਸਨ ਕੇ ਰਹੋ ਅਨਸਨਾ। ਤੁਸੀਂ ਭੋਜਨ ਛਕਦੇ ਹੋ ਕਿ ਜਾਂ ਫਿਰ ਭੋਜਨ ਤੋਂ ਬਿਨਾਂ ਹੀ ਨਿਰਾਹਾਰ ਰਹਿੰਦੇ ਹੋ। ਦੇਤ ਖੇਦ ਤਨ ਜਿਉ ਬਿਨ ਬਸਨਾ। ਇਉਂ ਇਸ ਪ੍ਰਕਾਰ ਜਿਹੜਾ ਹੈ ਆਪਣੇ ਤਨ ਨੂੰ ਤੁਸੀਂ ਜਿਹੜਾ ਹੈ ਬਾਹਲਾ ਖੇਦ ਦਿੰਦੇ ਹੋ। ਇਸ ਪ੍ਰਕਾਰ ਬਿਨਾਂ ਵਸਤਰਾਂ ਤੋਂ ਹੋਣ ਕਰਕੇ ਤਨ ਨੂੰ, ਸਰੀਰ ਨੂੰ ਬਹੁਤ ਜ਼ਿਆਦਾ ਜਿਹੜਾ ਦੁੱਖ ਆਪ ਦਿੰਦੇ ਹੋ। ਪ੍ਰਭਾਵਾਨ ਸੁੰਦਰ ਸਰਬੰਗਾ। ਜਿਹੜੇ ਆਪ ਦੇ ਅੰਗ ਨੇ ਸਾਰੇ ਹੀ ਬੜੇ ਪ੍ਰਤਾਪਵਾਨ ਹਨ, ਬੜੀ ਪ੍ਰਭਾ ਬੜੀ ਸੋਭਾ ਹੈ ਆਪ ਦੇ ਸਰੀਰ ਦੀ। ਭਸਮ ਸੰਗ ਸੋ ਕੀਨ ਕੁਰੰਗਾ। ਤੇ ਭਸਮ ਲਗਾ ਕਰਕੇ ਇਹਨਾਂ ਨੂੰ ਜਿਹੜਾ ਹੋਰ ਰੰਗ ਦਾ, ਭਾਵ ਖੋਟੇ ਰੰਗ ਦਾ ਕੀਤਾ ਏ। ਸੰਤ ਰੂਪ ਮਤ ਭਲੋ ਉਤੰਗਾ। ਤੇ ਆਪ ਦਾ ਸੰਤ ਸਰੂਪ ਹੈ, ਭਲਾ ਮਤਵ ਹੈ, ਭਲਾ ਸਿਧਾਂਤ ਹੈ, ਉੱਚੀ ਮਤ ਜਾਪਦੀ ਹੈ। ਉੱਤਰ ਦੀਜੈ ਸੰਗ ਉਮੰਗਾ। ਤੇ ਸਹਿਤ ਖੁਸ਼ੀ ਦੇ ਉਤਸ਼ਾਹ ਦੇ ਇਹ ਸੰਤ ਜੀ ਉੱਤਰ ਦੇਣਾ ਕਰੋ। ਰਿਖੀ ਕੇਸ਼ ਸੁਨ ਬੋਲਿਓ ਬਾਨੀ। ਜਿਹੜੇ ਉਹ ਮਹੰਤ ਜੀ ਹਨ ਸਾਰਿਆਂ ਦੇ ਵੱਡੇ ਰਿਖੀ ਸ਼੍ਰੋਮਣੀ, ਉਸ ਸਮੇਂ ਮਹਾਰਾਜ ਦੇ ਇਹ ਬਚਨ ਸੁਣ ਕਰਕੇ ਆਪਣੇ ਮੁਖ ਤੋਂ ਬੋਲੇ ਹਨ ਬਚਨ। ਮੁਕਤ ਜੋ ਮਾਰਗ ਤਾ ਰਸ ਸਾਨੀ। ਇਹੋ ਜੀ ਬਾਣੀ ਬੋਲੇ ਹੈ ਜੋ ਮੁਕਤੀ ਦੇ ਮਾਰਗ ਦੇ ਨਾਲ ਮਿਲੀ ਹੋਈ ਹੈ। ਇਹੋ ਜਿਹੇ ਬੋਲ ਬੋਲੇ ਹੈ ਜਿਨ੍ਹਾਂ ਵਿੱਚ ਮੁਕਤੀ ਦਾ ਮਾਰਗ ਜਿਹੜਾ ਹੈ ਦਰਸਾਇਆ ਹੋਇਆ। ਇਸ ਰਸ ਨਾਲ ਮਿਲੀ ਹੋਈ ਬਾਣੀ ਬੋਲੀ ਹੈ ਮਹੰਤ ਜੀ ਨੇ। ਸਾਧ ਵੇਖ ਜਿਨ ਧਰਿਓ ਸਰੀਰਾ। ਜੋ ਸਾਧ ਭੇਖ ਵੈ, ਕਹਿੰਦੇ ਜਿਸ ਨੇ ਸਰੀਰ ਤੇ ਧਾਰਨ ਕੀਤਾ ਸਾਧੂਆਂ ਵਾਲਾ ਲਿਬਾਸ। ਤਾਂ ਕੋ ਚਾਹੀਤ ਸੰਜਮ ਚੀਰਾ। ਉਸ ਨੂੰ ਤਾਂ ਵਸਤਰਾਂ ਤੋਂ ਸੰਜਮ ਹੀ ਚਾਹੀਦਾ ਹੈ, ਸੰਤੋਖੀ ਚਿਤ ਉਸ ਦਾ ਹੋਣਾ ਚਾਹੀਦਾ ਵਸਤਰਾਂ ਦੇ ਪਹਿਰਨ ਤੋਂ। ਬਹੁਰ ਸੁਨਹੁ ਭੋਜਨ ਕੀ ਰੀਤੀ। ਬਹੁਰੋ ਸੁਣੋ ਜਿਹੜੀ ਭੋਜਨ ਦੀ ਰੀਤੀ ਤੁਸਾਂ ਪੁੱਛੀ ਹੈ, ਇਹ ਮਹੰਤ ਜੀ ਨੇ ਦੱਸਿਆ ਸ੍ਰੀ ਗੁਰੂ ਜੀ ਨੂੰ। ਕਹਿਣ ਲੱਗੇ ਕਿ ਜੋ ਪ੍ਰਰਬਧ ਦੇ ਅੰਦਰ ਪ੍ਰਾਪਤ ਹੋ ਜੇ ਤਾਂ ਸੰਤ ਵੇਖ ਧਾਰਨ ਕੀਤਾ ਹੈ ਤਾਂ ਫਿਰ ਚਿਤ ਸੰਤੋਖੀ ਰੱਖਣਾ ਚਾਹੀਦਾ। ਇਹ ਨਹੀਂ ਕਿ ਬੜੇ ਜਿਹੜੇ ਤਰ੍ਹਾਂ ਦੇ ਕੱਪੜੇ ਜਿਹੜੇ ਆ ਸ਼ਿੰਗਾਰ 'ਚ ਹੀ ਸਮਾਂ ਲੰਘਾਉਣਾ ਚਾਹੀਦਾ। ਨਹੀਂ, ਚਿਤ ਸੰਤੋਖੀ ਰੱਖਣਾ ਚਾਹੀਦਾ। ਜੋ ਪਰਰਬਧ ਦੇ ਮੁਤਾਬਕ ਪ੍ਰਾਪਤ ਹੋ ਜਾਂਦਾ ਉਹ ਹੀ ਅਸੀਂ ਧਾਰਨ ਕਰ ਲੈਂਦੇ ਆ। ਇਸ ਤਰ੍ਹਾਂ ਜਿਹੜੇ ਆ ਸੰਤ, ਉਹਨਾਂ ਨੂੰ ਚਾਹੀਦਾ ਹੈ ਇਹ ਮੁਕਤੀ ਦੇ ਮਾਰਗ ਦਾ ਜਿਹੜਾ ਨਾ ਉਹ ਜਿਹਦੇ ਵਿੱਚ ਮਿਲਿਆ ਹੋਇਆ ਉਪਦੇਸ਼,
ਐਸੇ ਬਚਨ ਮਹੰਤ ਜੀ ਆਪਣੇ ਮੁਖ ਤੋਂ ਕਹਿਣ ਲੱਗੇ ਆ ਸ੍ਰੀ ਗੁਰੂ ਜੀ ਦੇ ਪੁੱਛਣ ਤੋਂ। ਇਸੇ ਪ੍ਰਕਾਰ ਬਹੁਰ ਸੁਨਹੁ ਭੋਜਨ ਕੀ ਰੀਤੀ। ਬੌਰੋ ਕਹਿੰਦੇ ਜਿਹੜੀ ਭੋਜਨ ਦੀ ਗੱਲ ਤੁਸਾਂ ਪੁੱਛੀ ਐ ਇਹ ਸੁਣਨਾ ਕਰੋ। ਜੇ ਹਮ ਜਾਚਹਿ ਹੋਤ ਅਨੀਤੀ। ਤੇ ਜੇ ਅਸੀਂ ਮੰਗੀਏ ਭੋਜਨ ਇਹ ਜਿਹੜੀ ਫਿਰ ਗੱਲ ਯੋਗ ਨਹੀਂ ਹੈ, ਇਹ ਠੀਕ ਨਹੀਂ ਜੇ ਅਸੀਂ ਮੰਗਣ ਜਾਈਏ ਤਾਂ। ਸਿੰਘਾਸਨ ਸੰਤੋਖ ਸੁਹਾਵਾ। ਅਸੀਂ ਸੰਤੋਖ ਦੇ ਤਖਤ ਦੇ ਉੱਤੇ ਸਿੰਘਾਸਣ ਦੇ ਉੱਤੇ ਜਿਹੜੇ ਆ ਉਹ ਸੋਭ ਰਹੇ ਆ, ਭਾਵ ਸੰਤੋਖ ਧਾਰਨ ਕਰ ਲਿਆ ਏ। ਤਾਂ ਪਰ ਬੈਸ ਪਰਮ ਸੁਖ ਪਾਵਾ। ਤੇ ਸੰਤੋਖ ਦੇ ਸਿੰਘਾਸਣ ਦੇ ਉੱਪਰ ਬੈਠ ਕਰਕੇ ਅਸੀਂ ਬੜਾ ਵੱਡਾ ਸੁਖ ਪਾਇਆ, ਆਤਮਕ ਆਨੰਦ ਦਾ। ਪਰਾ ਲਬਦ ਸੋ ਦਾਸ ਹਮਾਰੀ। ਜਿਹੜੀ ਪਰਰਬਦ ਵੈ ਉਹ ਸਾਡੀ ਸੇਵਕ ਹੈ। ਸੇਵਾ ਕਰਹਿ ਅਨੇਕ ਪ੍ਰਕਾਰੀ। ਤੇ ਅਨੇਕਾਂ ਪ੍ਰਕਾਰ ਦੀ ਹੀ ਸਾਡੀ ਜਿਹੜੀ ਆ ਉਹ ਸੇਵਾ ਕਰਦੀ ਹੈ ਸਾਡੀ ਪਰਰਬਦ। ਸੁਪਟ ਸੰਗ ਬਹੁ ਬਿਦ ਤਪ ਤਾਪਨ। ਤੇ ਜਿਹੜੇ ਇਸ ਪ੍ਰਕਾਰ ਬਹੁਤ ਤਪੱਸਿਆ ਜਿਹੜੀ ਅਸੀਂ ਤਾਪਦੇ ਆ ਇਹ ਸੂਰਬੀਰ ਹਨ, ਭਾਵ ਜਿਹੜੇ ਸਾਧੂ ਹਨ ਨਾਲ ਤਪੱਸਿਆ ਦੇ ਕਰਨ ਵਾਲੇ ਇਹ ਸਾਡੇ ਸੂਰਮੇ ਹਨ। ਮੋਹ ਨਿਰਪਤ ਕੀ ਪ੍ਰਤਨਾ ਖਾਪਨ। ਜਿਹੜਾ ਮੋਹ ਰੂਪੀ ਰਾਜ ਹੈ ਨਾ ਉਹਦੀ ਆਸਰੀ ਸੰਪਦਾ ਰੂਪੀ ਸੈਨਾ ਨੂੰ ਜਿਹੜਾ ਖਾਪਣ ਵਾਸਤੇ, ਨਾਸ਼ ਕਰਨ ਵਾਸਤੇ ਇਸ ਪ੍ਰਕਾਰ ਅਸੀਂ ਯਤਨ ਕਰਦੇ ਹਾਂ। ਸਤ ਕੋ ਛਤਰ ਸੀਸ ਪਰ ਝੂਲੰ। ਜਿਹੜਾ ਸੱਚਾ ਨਾਮ ਹੈ ਨਾ ਉਹ ਪਰਮੇਸ਼ਰ ਦਾ, ਈਸ਼ਵਰ ਦੇ ਸੱਚੇ ਨਾਮ ਦਾ ਜਿਹੜਾ ਛਤਰ ਹੈ ਉਹ ਸਾਡੇ ਸੀਸ ਦੇ ਉੱਤੇ ਝੂਲ ਰਿਹਾ ਏ। ਜਾਸ ਬਿਲੋਕ ਦਬਤ ਪ੍ਰਤਕੂਲੰ। ਹਾਂਜੀ, ਜਾਸ ਬਿਲੋਕ ਦਬਤ ਪ੍ਰਤਕੂਲੰ। ਜਿਸ ਨੂੰ ਬਲੋਕ ਵੇਖ ਕਰਕੇ ਜਿਹੜੇ ਪ੍ਰਤੀਕੂਲ ਹਨ, ਭਾਵ ਵੈਰੀ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸ ਪ੍ਰਕਾਰ ਜਿਹੜੇ ਵਿਸ਼ੇ ਹਨ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜਿਹੜੇ ਆ ਨਾ ਦਬ ਜਾਂਦੇ ਆ, ਨਾਮ ਦਾ ਪ੍ਰਤਾਪ ਵੇਖ ਕੇ ਡਰ ਜਾਂਦੇ ਆ, ਨਾਸ਼ ਹੋ ਜਾਂਦੇ ਹਨ। ਅਬ ਚਲ ਜਬ ਕੋ ਅਸ ਸੁਖ ਪਾਇੰ। ਤੇ ਜਦੋਂ ਦਾ ਇਹ ਸੁਖ ਅਸੀਂ ਪਾਇਆ ਨਾ, ਅਬਨਾਸੀ ਸੁਖ, ਉਦੋਂ ਤੋਂ ਅਸੀਂ ਟਿਕ ਗਏ ਆ, ਜਿਹੜੇ ਆ ਅਬ ਚੱਲਣ ਤੋਂ ਰਹਿਤ ਹੋ ਗਏ ਆ। ਅਨਤ ਨਾ ਤਬ ਕੋ ਮਨ ਬਿਰਮਾਇੰ। ਤੇ ਸਾਡਾ ਮਨ ਜਿਹੜਾ ਨਾ ਹੋਰ ਕਿਸੇ ਪਾਸੇ ਹੁਣ ਨਹੀਂ ਲੱਗਦਾ, ਹੋਰ ਕਿਸੇ ਪਾਸੇ ਨਹੀਂ ਭਰਮਦਾ, ਕਿਸੇ ਮੋਹ ਆਦਿਕ ਦੇ ਅੰਦਰ। ਸੰਤ ਉਕਤ ਕੀ ਸੁਨ ਕਰ ਜੁਗਤੰ। ਇਸ ਪ੍ਰਕਾਰ ਜਿਹੜੇ ਇਹ ਮਹੰਤ ਜੀ ਆ ਨਾ ਉਹਨਾਂ ਦੀ ਇਹ ਜਿਹੜੀ ਹੈ ਜੁਗਤੀ ਸੁਣ ਕਰਕੇ, ਉਹਨਾਂ ਦੇ ਬਚਨਾਂ ਦੇ ਅੰਦਰ ਜਿਹੜੀ ਇਹ ਜੁਗਤ ਹੈ ਉਹਨਾਂ ਦੇ ਕੋਲ, ਇਹ ਸਤਿਗੁਰਾਂ ਜੀ ਨੇ ਜਦੋਂ ਸੁਣੀ ਹੈ। ਹਰਖਤ ਸ੍ਰੀ ਨਾਨਕ ਬਚ ਨੁਕਤੰ। ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਸੰਨ ਹੋ ਕਰਕੇ ਆਪਣੇ ਮੁਖ ਤੋਂ ਮਹਾਰਾਜ ਨੇ ਬਚਨ ਜਿਹੜਾ ਨਾ ਉਕਤੰ ਫਿਰ ਉਚਾਰਨ ਕੀਤਾ, ਭਾਵ ਪ੍ਰਸੰਨ ਚਿਤ ਹੋ ਕੇ ਮਹਾਰਾਜ ਬਚਨ ਕਹਿਣ ਲੱਗੇ। ਰਾਵਰ ਨਾਮ ਸੁਨਨ ਅਬਲਾਖਾ। ਮਹਾਰਾਜ ਕਹਿੰਦੇ ਨੇ ਮਹੰਤ ਜੀ ਤੁਹਾਡੇ ਨਾਮ ਦੇ ਸੁਣਨ ਦੀ ਸਾਡੇ ਮਨ ਵਿੱਚ ਇੱਛਾ ਏ। ਤੁਮ ਹੋ ਧਨ ਧਰਮ ਦਿੜ ਰਾਖਾ। ਤੁਸੀਂ ਧਨ ਹੋ ਜਿਨ੍ਹਾਂ ਨੇ ਧਰਮ ਨੂੰ ਬੜਾ ਪ੍ਰਪੱਕਤਾ ਨਾਲ ਗ੍ਰਹਿਣ ਕਰਕੇ ਰੱਖਿਆ ਏ। ਕੀ ਆਸਾ ਇੱਕ ਏਕੰਕਾਰ। ਇੱਕ ਓੰਕਾਰ ਵਾਹਿਗੁਰੂ ਦੀ ਮਨ ਦੇ ਅੰਦਰ ਤੁਸੀਂ ਆਸਾ ਕਰ ਲਈ ਹੈ। ਪਰਬ੍ਰਿਤ ਤਜ ਨਿਰਬ੍ਰਿਤ ਪਗ ਧਾਰਨ। ਜਿਹੜਾ ਪ੍ਰਵਿਰਤੀ ਦਾ ਮਾਰਗ ਹੈ ਉਹਨੂੰ ਛੱਡ ਦਿੱਤਾ ਹੈ ਤੇ ਨਿਰਵਿਰਤੀ ਨੂੰ ਆਪਣੇ ਮਨ ਦੇ ਅੰਦਰ ਧਾਰਨ ਕਰ ਲਿਆ ਹੈ। ਨਿਰਵਿਰਤੀ ਦੇ ਰਾਹ ਦੇ ਉੱਤੇ ਤੁਸੀਂ ਮਨ ਰੂਪੀ ਪੈਰ ਨੂੰ ਪਾਉਣਾ ਕੀਤਾ ਹੈ। ਜਿਹੜੀ ਪ੍ਰਵਿਰਤੀ ਹੈ ਉਹਦਾ ਤਿਆਗ ਕਰ ਦਿੱਤਾ ਏ। ਸੁਮਤ ਅਗਾਤੀ ਸੰਤ ਸੋ ਚਾਲੀ। ਤੇ ਇਸ ਪ੍ਰਕਾਰ ਜੋ ਆਪ ਨੂੰ ਸ੍ਰੇਸ਼ਟ ਸਮਤ ਹੈ ਤੇ ਆਪ ਦੀ ਜਿਹੜੀ ਹੈ ਉਹ ਚਾਲੀ, ਭਾਵ ਮਰਿਆਦਾ, ਉਹ ਬਹੁਤ ਜ਼ਿਆਦੀ ਸ੍ਰੇਸ਼ਟ ਹੈ। ਆਪ ਸ੍ਰੇਸ਼ਟ ਮਤ ਦੀ ਪ੍ਰਾਪਤੀ ਵਾਲੇ ਹੋ। ਸ਼ਾਂਤ ਲਤਾ ਭਲ ਬਿਦ ਪ੍ਰਤਪਾਲੀ। ਇਸ ਪ੍ਰਕਾਰ ਜਿਹੜੀ ਸ਼ਾਂਤੀ ਰੂਪੀ ਲਤਾ ਬੇਲ ਹੈ ਉਹਨੂੰ ਭਲੇ ਤਰੀਕੇ ਨਾਲ ਤੁਸੀਂ ਪ੍ਰਤਪਾਲਣਾ ਕੀਤਾ, ਭਾਵ ਧਾਰਨ ਕੀਤਾ ਏ। ਪੁਨ ਭਾਖਤ ਮਹੰਤ ਸ਼ੁਭ ਬਾਨੀ। ਫਿਰ ਜਿਹੜੇ ਮਹੰਤ ਜੀ ਹੈ ਨਾ ਉਹ ਸ਼ੁਭ ਬਚਨ ਆਪਣੇ ਮੁਖ ਤੋਂ ਕਹਿਣ ਲੱਗੇ ਸ੍ਰੀ ਗੁਰੂ ਜੀ ਦੇ ਤਾਈ। ਭੋ ਧੀ ਮਤ ਤੁਮ ਹੋ ਗੁਣ ਖਾਨੀ। ਕਹਿਣ ਲੱਗੇ ਹੈ ਭਈ ਤੁਸੀਂ ਬਾਲਕ ਬੜੇ ਸਿਆਣੇ ਹੋ, ਤੁਸੀਂ ਤਾਂ ਬਹੁਤ ਬੁੱਧੀ ਦਾ ਹੀ ਘਰ ਹੋ ਤੇ ਬੜੇ ਗੁਣਾਂ ਦੀ ਖਾਨ ਹੋ। ਬੈਸ ਕਿਸ਼ੋਰ ਬਿਖੈ ਅਪਮਾਨੀ। ਤੇ ਇਹੋ ਜੀ ਕਿਸ਼ੋਰ ਉਮਰ ਦੇ ਅੰਦਰ, ਇਹੋ ਜੀ ਬੈਸ ਅਵਸਥਾ ਦੇ ਅੰਦਰ ਜਦੋਂ ਕਿਸ਼ੋਰ ਅਵਸਥਾ ਹੈ
ਤੇ ਜਿਹੜਾ ਇਸ ਪ੍ਰਕਾਰ ਮਾਣ ਤੋਂ ਰਹਿਤ ਹੋ ਗਏ ਹੋ। ਬੜੇ ਜਿਹੜੇ ਵਿਸ਼ੇ ਵਕਾਰ ਨੇ ਇਹਨਾਂ ਦਾ ਅਪਮਾਨ ਕੀਤਾ, ਭਾਵ ਤਿਰਸਕਾਰ ਕੀਤਾ, ਤਿਆਗ ਦਿੱਤਾ ਹੈ ਔਗਣਾਂ ਨੂੰ, ਤੇ ਬੜੀ ਨਿਮਰਤਾ ਜਿਹੜੀ ਆ ਤੁਹਾਡੇ ਅੰਦਰ ਦਿਖਾਈ ਦਿੰਦੀ ਹੈ। ਮਾਣ ਤੋਂ ਰਹਿਤ ਹੋ ਗਏ ਹੋ। ਸਤ ਸੰਗਤ ਪਰ ਸੁਮਤ ਲੁਭਾਨੀ। ਤੇ ਜਿਹੜੀ ਤੁਹਾਡੀ ਸ੍ਰੇਸ਼ਟ ਮੱਤ ਹੈ ਇਹ ਸਤ ਸੰਗਤ ਦੇ ਅੰਦਰ ਲੁਭਾਇਮਾਨ ਹੋਈ ਹੈ। ਸੰਤਰੇਨ ਹੈ ਨਾਮ ਹਮਾਰਾ। ਮਹੰਤ ਜੀ ਕਹਿੰਦੇ ਸੰਤਰੇਨ ਜਿਹੜਾ ਉਹ ਸਾਡਾ ਨਾਮ ਹੈ। ਸ੍ਰੀ ਗੁਰ ਬਚ ਸੋ ਧਰਿਓ ਸੁਧਾਰਾ। ਆਪਣੇ ਸ਼੍ਰੋਮਣੀ ਗੁਰੂ ਜੀ ਦੇ ਬਚਨਾਂ ਨਾਲ ਸੁਧਾਰ ਕਰਕੇ ਮੈਂ ਇਹ ਨਾਮ ਜਿਹੜਾ ਸੀ ਰੱਖਣਾ ਕੀਤਾ। ਦੀਨ ਗਰੀਬੀ ਕੋ ਸਿਰ ਪਾਉ। ਇਹ ਜਿਹੜਾ ਨਾਮ ਹੈ ਨਾ ਸਾਡਾ, ਇਹ ਸਾਨੂੰ ਗਰੀਬੀ ਦਾ, ਨਿਮਰਤਾ ਦਾ ਹੀ ਸਰੂਪ ਆਓ ਸਾਡੇ ਗੁਰੂਦੇਵ ਨੇ ਦਿੱਤਾ ਹੈ। ਇਸ ਪ੍ਰਕਾਰ ਨਾਮ ਹੀ ਸੰਤਰੇਨ ਹੈ ਕਿ ਸੰਤਾਂ ਦੇ ਚਰਨਾਂ ਦੀ ਧੂੜ। ਇਹ ਨਾਮ ਹੈ ਮਹੰਤ ਜੀ ਦਾ। ਕਹਿਣ ਲੱਗੇ ਸਾਨੂੰ ਨਿਮਰਤਾ ਦਾ ਸਰੂਪਾ ਹੀ ਮਿਲਿਆ ਹੈ। ਸੋ ਜਸ ਜਾਸ ਬਹੁ ਵਧਤ ਪ੍ਰਭਾਉ। ਤੇ ਜਿਸ ਕਰਕੇ ਸ੍ਰੇਸ਼ਟ ਜਸ ਤੇ ਬਹੁਤਾ ਹੀ ਪ੍ਰਭਾਵ ਜਿਹੜਾ ਹੈ ਵੱਧਦਾ ਏ ਪ੍ਰਤਾਪ। ਹਿਰਦੇ ਪ੍ਰਸੀਦੇ ਸੁਨ ਕਰ ਨਾਮੂ। ਨਾਮ ਸੁਣ ਕਰਕੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਹਿਰਦੇ ਵਿੱਚ ਮਹਾਰਾਜ ਬੜੇ ਪ੍ਰਸੰਨ ਹੋਏ। ਜਿਉ ਕਵ ਉਕਤ ਸੁਨਤ ਮਤ ਧਾਮੂ। ਸੱਚੇ ਪਾਤਸ਼ਾਹ ਗਰੀਬ ਨਵਾਜ ਸਮਤ ਦਾ ਘਰ ਗਰੀਬ ਨਵਾਜ ਸਤਿਗੁਰੂ ਜੀ ਪ੍ਰਸੰਨ ਹੋਏ ਐ। ਇਉਂ ਬਚਨ ਕਹਿਣ ਲੱਗੇ ਐ ਜਿਵੇਂ ਕਵੀ ਆਪਣੇ ਮੁਖ ਤੋਂ ਕੋਈ ਜਿਹੜੇ ਐ ਸੋਚ ਕੇ ਬੜੇ ਸਿਆਣੇ ਬਚਨ ਨੂੰ ਕਹਿੰਦੇ ਹਨ। ਮੁਝ ਸੋ ਕਹਿਣ ਲੱਗੇ ਤਿਹ ਕਾਲਾ। ਤੇ ਮੁਝ ਦੇ ਭਾਈ ਬਾਲਾ ਜੀ ਕਹਿੰਦੇ ਤੇ ਸਮੇਂ ਮਹਾਰਾਜ ਮੈਨੂੰ ਕਹਿਣ ਲੱਗੇ ਤੇ ਸਮੇਂ ਤਜਿਓ ਨਾ ਜਾਏ ਬਨਜ ਇਹ ਬਾਲਾ। ਭਾਈ ਬਾਲਾ ਇਹ ਜਿਹੜਾ ਵਣਜ ਹੈ ਨਾ, ਇਹ ਸੌਦਾ ਇਹ ਹੁਣ ਛੱਡਿਆ ਨਹੀਂ ਸਾਥੋਂ ਜਾਂਦਾ। ਕਰਤੇ ਧਨ ਧਰ ਅਗਰ ਮਹੰਤਾ। ਤੇ ਆਪਣੇ ਹੱਥ ਵਿੱਚ ਜੇ 20 ਰੁਪਏ ਸਨ ਉਹ ਤਿਸ ਸਮੇਂ ਮਹੰਤ ਜੀ ਦੇ ਅੱਗੇ ਸਤਿਗੁਰਾਂ ਜੀ ਨੇ ਭੇਟ ਕਰ ਦਿੱਤੇ। ਅਸਨ ਕਰਾਵੋ ਕਹਿ ਜਗ ਕੰਤਾ। ਜਗਤ ਦੇ ਕੰਤ ਮਾਲਕ ਸਤਿਗੁਰੂ ਜੀ ਕਹਿਣ ਲੱਗੇ ਕਿ ਇਹਨਾਂ ਪੈਸਿਆਂ ਦਾ, ਇਹਨਾਂ 20 ਰੁਪਈਆਂ ਦਾ ਲੰਗਰ ਜਿਹੜਾ ਮਹੰਤ ਜੀ ਤੁਸੀਂ ਕਰਵਾ ਲੈਣਾ ਕਰੋ। ਹਮਨੇ ਤੁਮਰੀ ਸਭ ਬਿਦ ਜਾਨੀ। ਅਸੀਂ ਤੁਹਾਡੀ ਜਿਹੜੀ ਸਾਰੀ ਰੀਤੀ ਆ ਉਹ ਜਾਣ ਲਈ ਹੈ। ਕਰਤ ਨਾ ਪ੍ਰਾਰਥਨਾ ਗੁਣ ਹਾਨੀ। ਤੇ ਤੁਸੀਂ ਪ੍ਰਾਰਥਨਾ ਨਹੀਂ ਕਿਸੇ ਅੱਗੇ ਕਰਦੇ ਹੋ ਜਿਹੜੀ ਇਹ ਗੁਣਾਂ ਤੋਂ ਹਾਨੀ ਕਰਦੀ ਹੈ। ਭਾਵ ਜਿਹੜੇ ਵੱਡੇ ਗੁਣਵਾਨ ਉਹਨਾਂ ਨੂੰ ਧਾਰਨ ਕਰਕੇ ਤੁਸੀਂ ਸੰਤੋਖੀ ਚਿੱਤ ਹੋਏ ਹੋ, ਸੰਤੋਖ ਧਾਰਨ ਕਰ ਲਿਆ, ਪਰ ਰੱਬ ਦੇ ਸ਼ਾਕਰ ਹੋਏ ਹੋ, ਕਿਸੇ ਕੋਲ ਮੰਗਣ ਵਾਸਤੇ ਪ੍ਰਾਰਥਨਾ ਨਹੀਂ ਕਰਦੇ ਹੋ, ਜਿਸ ਦੇ ਕਰਕੇ ਗੁਣਾਂ ਦੀ ਹਾਨੀ ਹੁੰਦੀ ਹੈ। ਬਿਨ ਜਾਚੇ ਸਾਦਰ ਜੋ ਦੇਈ। ਬਿਨਾ ਮੰਗਣ ਤੋਂ ਜਿਹੜਾ ਸਤਿਕਾਰ ਨਾਲ ਦਿੰਦਾ ਹੈ ਤਾਂ ਕੋ ਰੁਚ ਸੋ ਅਚਨ ਕਰੇਈ। ਉਸ ਨੂੰ ਹੀ ਤੁਸੀਂ ਰੁਚੀ ਨਾਲ, ਇੱਛਾ ਨਾਲ ਜਿਹੜਾ ਹੈ ਉਹ ਛਕਣਾ ਕਰਦੇ ਹੋ। ਅਬਹਿ ਪਠਾਏ ਸ੍ਰੀ ਕਰਤਾਰਾ। ਹੁਣ ਇਹ ਜਿਹੜੇ ਰੁਪਈਏ ਹਨ ਨਾ 20 ਰੁਪਈਏ, ਇਹ ਤਾਂ ਕਰਤਾਰ ਨੇ, ਪਰਮੇਸ਼ਰ ਨੇ ਹੀ ਭੇਜਣਾ ਕੀਤੇ ਨੇ। ਲੈ ਕਰ ਸੁਖ ਸੋ ਕਰਹੁ ਆਹਾਰਾ। ਲੈ ਕਰਕੇ ਸੁਖ ਦੇ ਸਹਿਤ ਭੋਜਨ ਜਿਹੜਾ ਹੈ ਉਹ ਤੁਸੀਂ ਛਕਣਾ ਕਰੋ। ਕਹਿ ਮਹੰਤ ਲਗ ਬੈਸ ਕੁਲੀਨੰ। ਤੇ ਮਹੰਤ ਜੀ ਕਹਿਣ ਲੱਗੇ ਕਿ ਉਮਰ ਤਾਂ ਬੜੀ ਛੋਟੀ ਹੈ, ਤੇ ਪਰ ਜਿਹੜਾ ਤੁਹਾਡਾ ਸੁਭਾਅ ਹੈ ਉਹ ਬੜਾ ਉਜਲ ਹੈ, ਬੜਾ ਹੀ ਜਿਹੜਾ ਹੈ ਉਹ ਐਸਾ ਸੁਭਾਅ ਹੈ ਜਿਸ ਦੇ ਅੰਦਰ ਕੋਈ ਰਤਾ ਜਿੰਨਾ ਵੀ ਕੋਈ ਮੈਲ ਨਹੀਂ ਹੈ। ਤਬ ਵਿਵਹਾਰੰ ਜਨਕ ਅਧੀਨੰ। ਪਰ ਮਹੰਤ ਜੀ ਕਹਿਣ ਲੱਗੇ ਸੰਤਰੇਨ ਜੀ ਕਿ ਤੁਹਾਡਾ ਜਿਹੜਾ ਵਿਵਹਾਰ ਹੈ, ਜਿਹੜਾ ਤੁਹਾਡਾ ਕੰਮ ਹੈ, ਉਹ ਤਾਂ ਅਜੇ ਉਮਰ ਤੁਹਾਡੀ ਛੋਟੀ ਹੈ, ਪਿਤਾ ਦੇ ਅਨੁਸਾਰੀ ਹੋ। ਪਠਿਓ ਕਾਜ ਕਿਹ ਤੋਹੇ ਵਿਚਾਰੀ। ਕਿਸੇ ਕੰਮ ਵਾਸਤੇ ਤੁਹਾਨੂੰ ਜਿਹੜਾ ਹੈ ਵਿਚਾਰ ਕਰਕੇ ਤੁਹਾਡੇ ਪਿਤਾ ਨੇ ਭੇਜਿਆ ਹੋਵੇਗਾ ਪੈਸੇ ਦੇ ਕਰਕੇ। ਜਾਹੋ ਛੂਛ ਤਉ ਦੇਹ ਨਿਕਾਰੀ। ਜੇ ਕਰਕੇ ਫਿਰ ਖਾਲੀ ਜਾਓਗੇ ਘਰ ਨੂੰ ਤੇ ਫਿਰ ਘਰੋਂ ਤੁਹਾਡਾ ਪਿਤਾ ਜਿਹੜਾ ਤੁਹਾਨੂੰ ਕੱਢ ਦੇਵੇਗਾ। ਸੁਨੋ ਸੰਤ ਮੈਂ ਪਿਤਾ ਨ ਦੇਸਾ। ਤੇ ਮਹਾਰਾਜ ਫਿਰ ਕਹਿਣ ਲੱਗੇ ਸੰਤਰੇਨ ਮਹੰਤ ਜੀ ਨੂੰ,
ਕਿ ਇਹ ਸੁਣੋ ਸੰਤ ਜੀ, ਅਸੀਂ ਪਿਤਾ ਜੀ ਦੀ ਆਗਿਆ ਦੇ ਮੁਤਾਬਕ ਸੋ ਕੀਨੋ ਜਿਸ ਲਾਭ ਵਿਸ਼ੇਸ਼ਾ। ਉਹ ਸੌਦਾ ਹੀ ਕਰਨ ਲੱਗੇ ਆ ਜਿਸ ਦਾ ਬੜਾ ਭਾਰੀ ਲਾਭ ਹੈ। ਮੁਝ ਸੋ ਕਹਿਓ ਬਨਜ ਸੋ ਤੇ ਕਰੀਏ। ਮੇਰੇ ਤਾਈਂ ਪਿਤਾ ਜੀ ਨੇ ਇਹੀ ਸਾਡੇ ਤਾਈਂ ਕਿਹਾ ਕਿ ਖਰਾ ਸੌਦਾ ਜਿਹੜਾ ਉਹ ਕਰਨਾ ਕਰੋ। ਜਾਂ ਤੇ ਅੰਤ ਨਾ ਭਲੋ ਵਿਚਰੀਏ। ਇਸ ਕਰਕੇ ਇਸ ਤੋਂ ਭਲਾ ਸੌਦਾ ਜਿਹੜਾ ਹੋਰ ਥਾਂ ਨਹੀਂ ਹੁਣ ਹੋ ਸਕਦਾ। ਇਹ ਅਸੀਂ ਮਨ ਦੇ ਅੰਦਰ ਵਿਚਾਰ ਲਿਆ ਕਿ ਖਰਾ ਸੌਦਾ ਜਿਹੜਾ ਹੈ ਸੰਤਾਂ ਦੀ ਸੇਵਾ ਹੀ ਸਭ ਤੋਂ ਖਰਾ ਸੌਦਾ ਏ। ਬਾਣੀ ਸੁਣੀ ਸੋ ਧੀਰ ਮਹੰਤਾ। ਧੀਰਜ ਦੇ ਸਹਿਤ ਸਤਿਗੁਰਾਂ ਜੀ ਦੇ ਬਚਨ ਜਦੋਂ ਸੁਣੇ ਆ ਮਹੰਤ ਜੀ ਨੇ ਕਹਿਓ ਜੇ ਤਵ ਉਰ ਇਹ ਦਿੜ ਮੰਤਾ। ਕਿ ਜੇ ਤੁਹਾਡੇ ਹਿਰਦੇ ਦਾ ਇਹੀ ਪੱਕਾ ਜਿਹੜਾ ਹੈ ਮੰਤਵ ਹੈ ਭਾਵ ਸਲਾਹ ਹੈ ਤੁਹਾਡੇ ਹਿਰਦੇ ਦੀ ਇਹੀ ਪੱਕੀ, ਤੇ ਇਹ ਜਾਣ ਕਰਕੇ ਤੇ ਸਮੇਂ ਮਹੰਤ ਜੀ ਬੋਲੇ, ਕਹਿਣ ਲੱਗੇ ਕਿ ਜੇਕਰ ਇਸ ਪ੍ਰਕਾਰ ਹੀ ਤੁਹਾਡੇ ਮਨ ਦਾ ਪੱਕਾ ਵਿਚਾਰ ਹੈ, ਲੈ ਜਾਵੋ ਧਨ ਨਿਜ ਕਿਹ ਲੈ ਜਾਵੋ ਧਨ ਨਿਜ ਕਿਹ ਨਗਰੀ। ਆਪਣਾ ਜਿਹੜਾ ਇਹ ਧਨ ਹੈ ਨਾ 20 ਰੁਪਏ, ਇਹ ਕਿਸੇ ਫਿਰ ਨਗਰ ਵਿੱਚ ਲੈ ਜਾਵੋ। ਭੋਜਨ ਸੌਜ ਆਨ ਦੇਹੁ ਸਗਰੀ। ਤੇ ਭੋਜਨ ਦੀ ਜਿਹੜੀ ਸਮੱਗਰੀ ਹੈ ਉਹ ਸਾਰੀ ਲਿਆ ਕਰਕੇ ਸਾਨੂੰ ਦੇ ਦੇਵੋ। ਸੁਨੀ ਸ਼ਰਵਨ ਸੰਤ ਕੇ ਬੈਨਾ। ਮਹਾਰਾਜ ਜੀ ਨੇ ਕੰਨਾਂ ਵਿੱਚ ਜਦੋਂ ਸੰਤਰੇਨ ਜੀ ਦੇ ਇਹ ਬਚਨ ਸੁਣੇ ਹਨ, ਨਗਰ ਦਿਸ਼ਾ ਗਮਨੇ ਗੁਣ ਐਨਾ। ਗੁਣਾਂ ਦੇ ਘਰ ਸੱਚੇ ਪਾਤਸ਼ਾਹ ਜੀ 20 ਰੁਪਏ ਲੈ ਕਰਕੇ ਨਗਰ ਵੱਲ ਨੂੰ ਮਹਾਰਾਜ ਜੀ ਚੱਲ ਪਏ। ਲੈ ਬਿਪਨੀ ਤੇ ਚੂਨ ਮਹੀਨਾ। ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸੀ ਨਾ ਦੁਕਾਨ ਤੋਂ ਸੋਹਣਾ ਮਹਾਰਾਜ ਜੀ ਨੇ ਬਰੀਕ ਜਿਹੜਾ ਆਟਾ ਸੀ ਉਹ ਲੈਣਾ ਕੀਤਾ। ਤਿਹ ਹਿਤ ਪੰਚ ਰਜਤ ਪਨ ਦੀਨਾ। 5 ਰੁਪਏ ਤਿਸ ਵਾਸਤੇ ਸੱਚੇ ਪਾਤਸ਼ਾਹ ਨੇ ਦੇਣਾ ਕੀਤੇ। ਸੂਖਮ ਚਾਵਰ ਚਾਰ ਲੰਮੇਰੇ। ਤੇ ਜਿਹੜੇ ਬਰੀਕ ਚੌਲ ਸੀ ਨਾ ਲੰਬੇ ਲੰਬੇ ਬੜੇ ਸੁੰਦਰ ਉਹ ਲੈਣਾ ਕੀਤੇ। ਤਿਹ ਸਮ ਲੈ ਕਰ ਭਾਰ ਬੰਧੇਰੇ। ਤੇ ਉਹ ਵੀ 5 ਰੁਪਈਆਂ ਦੇ ਲੈਣਾ ਕੀਤੇ। ਤੇ ਇਉਂ ਆਟੇ ਦੇ ਸਮਾਨ ਹੀ ਲੈ ਕਰਕੇ ਉਹਨਾਂ ਦਾ ਵੀ ਭਾਰ ਜਿਹੜਾ ਸੀ ਬਣਵਾ ਲੈਣਾ ਕੀਤਾ। ਲੀਨ ਤੀਨ ਕੋ ਕ੍ਰਿਤ ਨਵੀਨਾ। ਫਿਰ 3 ਰੁਪਈਆਂ ਦਾ ਮਹਾਰਾਜ ਜੀ ਨੇ ਨਵਾਂ ਘਿਓ ਜਿਹੜਾ ਸੀ ਉਹ ਸੱਚੇ ਪਾਤਸ਼ਾਹ ਨੇ ਲੈਣਾ ਕੀਤਾ। ਸਿਤਾ ਸਵੇਤ ਤਾਕੇ ਸਮਲੀਨਾ। ਤੇ ਜਿਹੜੀ ਚਿੱਟੀ ਖੰਡ ਵਾ ਬੜੀ ਸੋਹਣੀ ਉਹ ਵੀ ਫਿਰ ਘਿਓ ਦੇ ਬਰਾਬਰ 3 ਰੁਪਈਆਂ ਦੀ ਖੰਡ ਜਿਹੜੀ ਸੀ ਉਹ ਲੈਣਾ ਕੀਤੀ। ਦੁਗਧ ਹੇਤ ਖਰਚੇ ਪੁਨ ਤੀਨੋ। ਫਿਰ ਦੁੱਧ ਵਾਸਤੇ ਜਿਹੜੇ ਸੀ ਉਹ ਵੀ 3 ਰੁਪਏ ਖਰਚਣਾ ਕੀਤੇ। ਇਉਂ 5 ਰੁਪਏ ਆਟੇ ਵਾਸਤੇ, 5 ਰੁਪਏ ਚੌਲਾਂ ਵਾਸਤੇ, 3 ਰੁਪਏ ਘਿਓ ਵਾਸਤੇ, 3 ਰੁਪਏ ਖੰਡ ਵਾਸਤੇ, ਤੇ ਅਖੀਰ ਵਿੱਚ ਇਸ ਪ੍ਰਕਾਰ ਜਿਹੜੇ 3 ਰੁਪਏ ਉਹ ਦੁੱਧ ਵਾਸਤੇ ਮਹਾਰਾਜ ਸਾਹਿਬ ਜੀ ਨੇ ਇਉਂ ਮਹਾਰਾਜ 19 ਰੁਪਏ ਸੱਚੇ ਪਾਤਸ਼ਾਹ ਜੀ ਨੇ ਖਰਚ ਦਿੱਤੇ ਆ। ਬਾਕੀ ਭਾਰ ਬਾਹ ਕੋ ਦੀਨੋ। ਬਾਕੀ ਜਿਹੜਾ 1 ਰੁਪਈਆ ਬਚਿਆ ਉਹ ਜਿਹੜਾ ਭਾਰ ਚੁੱਕਣ ਵਾਲਾ ਸੀਗਾ ਨਾ ਉਹਨੂੰ ਸੱਚੇ ਪਾਤਸ਼ਾਹ ਨੇ 1 ਰੁਪਈਆ ਮਜ਼ਦੂਰੀ ਦੇਣਾ ਕੀਤੀ। ਸਭੇ ਸੌਜ ਪੁਰ ਤੇ ਉਚਵਾਈ। ਸਾਰੀ ਜਿਹੜੀ ਸਮੱਗਰੀ ਸੀਗੀ ਉਹ ਫਿਰ ਨਗਰ ਤੋਂ ਚੁਕਵਾ ਕਰਕੇ ਸੰਤਨ ਢਿੱਗ ਗਮਨੇ ਜਗਰਾਈ। ਜਗਤ ਦੇ ਮਾਲਕ ਸੱਚੇ ਪਾਤਸ਼ਾਹ ਜੀ ਸੰਤਾਂ ਮਹਾਂਪੁਰਸ਼ਾਂ ਦੇ ਕੋਲ ਚੱਲ ਪਏ। ਸਭ ਸੰਭਾਰ ਮਹੰਤ ਅਗਾਰੀ। ਸਾਰਾ ਇਸ ਪ੍ਰਕਾਰ ਜਿਹੜਾ ਸੀ ਨਾ ਜੋ ਮਹਾਰਾਜ ਸੌਦਾ ਖਰੀਦਿਆ ਸਾਰਾ ਕੁਝ ਸੰਭਾਲ ਕਰਕੇ ਸੰਤਰੇਨ ਜੀ ਮਹੰਤ ਦੇ ਅੱਗੇ ਧਰ ਬੈਸੇ ਸੇਵਕ ਸੁਖਕਾਰੀ। ਸੇਵਕਾਂ ਨੂੰ ਸੁਖ ਦੇਣ ਵਾਲੇ ਸੱਚੇ ਪਾਤਸ਼ਾਹ ਜੀ ਸਾਰਾ ਹੀ ਸੌਦਾ ਅੱਗੇ ਰੱਖ ਕਰਕੇ ਮਹਾਰਾਜ ਜੀ ਤੇ ਸਮੇਂ ਕੋਲ ਬੈਠ ਗਏ। ਦੀਜੈ ਆਇਸ ਹੋਏ ਰਸੋਈ। ਮਹਾਰਾਜ ਕਹਿੰਦੇ ਆ ਸੰਤ ਜੀ ਆਗਿਆ ਦਿਓ ਤੇ ਲੰਗਰ ਤਿਆਰ ਹੋਵੇ। ਅਜਿਹੇ ਸੰਤ ਰੁਚ ਕਰਹਿ ਜਿਤੋਈ। ਤੇ ਜਿੰਨੀ ਕਿਸੇ ਦੀ ਇੱਛਾ ਹੈ ਸੰਤ ਮਹਾਪੁਰਸ਼ ਜਿਹੜੇ ਆ ਫਿਰ ਸਾਰੇ ਤਪਸਵੀ ਉਹ ਲੰਗਰ ਛਕਣਾ ਕਰਨ। ਸੋਰਠਾ ਸੁਨ ਮਹੰਤ ਮਤਵੰਤ। ਜਿਹੜੇ ਮਹੰਤ ਜੀ ਸੀ ਸੰਤਰੇਣ ਉਹ ਸੁਣ ਕਰਕੇ ਬੜੇ ਜਿਹੜੇ ਸਿਆਣੇ ਹਨ। ਕਹੀ ਗਿਰਾ ਜਗ ਕੰਤ ਸੋ। ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਤਾਈਂ ਬਚਨ ਕਹਿਣ ਲੱਗੇ। ਕਰ ਅਚਵਹਿਗੇ ਸੰਤ। ਕਹਿਣ ਲੱਗੇ ਸੰਤ ਜਿਹੜੇ ਐ ਉਹ ਬਣਾ ਕਰਕੇ ਹੁਣ ਛਕਣਗੇ। ਤੁਮ ਗਮਨੋ ਹੋ ਪੁਰ ਆਪਨੇ। ਤੁਸੀਂ ਆਪਣੇ ਨਗਰ ਨੂੰ ਜਿਹੜਾ ਹੈ ਉਹ ਹੁਣ ਭਾਵੇਂ ਚੱਲਣਾ ਕਰੋ। ਦੋਹਰਾ
ਤਜ ਕਾਨਨ ਕਮਲਾਨਨੰ। ਤੇ ਤਜ ਛੱਡ ਕਰਕੇ ਕਾਨਨ ਜੰਗਲਾਂ ਨੂੰ, ਭਾਵ ਜੰਗਲਾਂ ਦੇ ਵਿੱਚ ਦੀ ਹੁੰਦੇ ਹੋਏ ਕਮਲ ਸ਼੍ਰੀ ਕੇ ਮੁਖੜੇ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਵਨੇ ਨਿਜਪੁਰ ਔਰ। ਆਪਣੇ ਨਗਰ ਤਲਵੰਡੀ ਵੱਲ ਨੂੰ ਸੱਚੇ ਪਾਤਸ਼ਾਹ ਜੀ ਚੱਲ ਪਏ। ਕਵ ਸੰਤੋਖ ਸਿੰਘ ਬੰਦਨਾ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੈਂ ਬੰਦਨਾ ਕਰਦਾ ਹਾਂ। ਧਰ ਪਰ ਜੁਗ ਕਰ ਜੋਰ। ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸੀਸ ਧਰ ਕੇ ਦੋਵੇਂ ਹੱਥ ਜੋੜ ਕਰਕੇ ਧਰਤੀ ਤੇ ਮੱਥਾ ਲਾ ਕੇ ਨਮਸਕਾਰ ਕਰਦਾ ਹਾਂ। ਦੋਹਰਾ ਸ੍ਰੀ ਅੰਗਦ ਅਰਬਿੰਦ ਪਦ। ਹੁਣ ਇਹ ਅਗਲਾ ਅਧਿਆਇ ਆਰੰਭ ਕਰਦੇ ਹੋਏ ਕਵੀ ਰਾਜ ਜੀ ਇੱਥੇ ਮੰਗਲਾ ਚਰਨ ਕਰਦੇ ਐ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਮ ਦਾ ਮੰਗਲਾ ਚਰਨ ਕਰਦੇ ਐ। ਸ਼੍ਰੀ ਗੁਰੂ ਜੀ ਦੇ ਚਰਨਾਂ ਦੀ ਉਪਮਾ ਕਰਦੇ ਹੋਏ ਫਰਮਾਉਂਦੇ ਹਨ। ਸ੍ਰੀ ਅੰਗਦ ਅਰਬਿੰਦ ਪਦ। ਕਹਿੰਦੇ ਨੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਜੋ ਚਰਨ ਹਨ ਨਾ, ਉਹ ਕਮਲਾਂ ਵਰਗੇ ਸੁੰਦਰ ਹਨ। ਆਨੰਦ ਕੰਦ ਮੁਕੰਦ। ਆਨੰਦ ਦੇ ਦੇਣ ਵਾਲੇ ਐ। ਜਿਨ੍ਹਾਂ ਚਰਨਾਂ ਦਾ ਧਿਆਨ ਕਰਕੇ ਆਤਮਿਕ ਆਨੰਦ ਦਾ ਸੁਖ ਪ੍ਰਾਪਤ ਹੁੰਦਾ ਹੈ ਤੇ ਸੱਚੇ ਪਾਤਸ਼ਾਹ ਜੀ ਦੇ ਚਰਨ ਮੁਕਤੀ ਦੇ ਦਾਤੇ ਹਨ। ਧਰ ਪਰ ਧਰ ਸਿਰ ਨਮਹਿ ਕਰ। ਧਰਤੀ ਦੇ ਉੱਤੇ ਸਿਰ ਧਰ ਕੇ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਮੈਂ ਨਮਸਕਾਰ ਕਰਦਾ ਹਾਂ। ਸ਼ਰਨ ਹਰਨ ਦੁਖ ਦੁੰਦ। ਜਿਨ੍ਹਾਂ ਸਤਿਗੁਰਾਂ ਦੀ ਸ਼ਰਨ ਹੀ ਜਿਹੜੀ ਹੈ ਨਾ, ਵੱਡੇ ਵੱਡੇ ਦੁੱਖਾਂ ਨੂੰ ਕਲੇਸ਼ਾਂ ਨੂੰ ਨਾਸ਼ ਕਰ ਦੇਣ ਵਾਲੀ ਹੈ। ਸੱਚੇ ਪਾਤਸ਼ਾਹ ਜੀ ਦੀ ਜਿਨ ਜਿਨ ਸ਼ਰਨ ਲਈ ਹੈ, ਜਿਨ ਜਿਨ ਮਹਾਰਾਜ ਦਾ ਦਰਸ਼ਨ ਵੇਖਿਆ ਏ, ਉਹਦੇ ਦੁੱਖ ਨਾਸ਼ ਹੋ ਜਾਂਦੇ ਐ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਮੁਖ ਤੋਂ ਬਚਨ ਕਰ ਦੇਣ ਤਾਂ ਕਹਿਣਾ ਹੀ ਕੀ ਹੈ। ਮਹਾਰਾਜ ਦੀ ਤਾਂ ਦਰਸ਼ਨ ਵੇਖ ਕੇ ਹੀ ਕੋੜੀਆਂ ਦੇ ਕੋੜ ਟੁੱਟ ਜਾਂਦੇ। ਵੱਡੇ ਵੱਡੇ ਬਿਮਾਰੀਆਂ ਦੇ ਗ੍ਰਸੇ ਹੋਏ ਲੋਕ ਮੰਜਿਆਂ ਤੇ ਪੈ ਪੈ ਕੇ ਆਉਂਦੇ ਸੀ। ਸਤਿਗੁਰਾਂ ਜੀ ਦਾ ਦਰਸ਼ਨ ਵੇਖ ਕੇ ਅਰੋਗ ਹੋ ਕੇ ਆਪਣੀਆਂ ਲੱਤਾਂ ਤੇ ਤੁਰ ਕੇ ਜਾਂਦੇ ਸੀ। ਐਸੀ ਸਤਿਗੁਰੂ ਜੀ ਦੀ ਸ਼ਰਨ ਹੈ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ, ਕਿ ਜਿਨ੍ਹਾਂ ਸਤਿਗੁਰਾਂ ਦੀ ਸ਼ਰਨ ਪੈਣ ਦੇ ਨਾਲ ਜੰਮਣ ਮਰਨ ਦੇ ਦੁੱਖ ਜਿਹੜੇ ਆ ਟੁੱਟ ਜਾਂਦੇ ਹਨ। ਸ੍ਰੀ ਬਾਲਾ ਸੰਦੁਰ ਵਾਚ। ਚਾਉ ਪਈ ਜਬ ਹਮ ਗਮਨੇ ਤਿਨ ਕੋ ਤਿਆਗੀ। ਭਾਈ ਬਾਲਾ ਜੀ ਕਹਿੰਦੇ ਜਦੋਂ ਅਸੀਂ ਚੱਲ ਪਏ ਫਿਰ ਸੰਤਾਂ ਮਹਾਤਮਾ ਨੂੰ ਮਹਾਂਪੁਰਖਾਂ ਨੂੰ ਛੱਡ ਕਰਕੇ ਬੋਲੇ ਸੰਤ ਗਿਰਾ ਅਨੁਰਾਗੀ। ਜਿਹੜੇ ਸੰਤ ਸੀ ਬਹੁਤ ਪਿਆਰ ਦੇ ਵਿੱਚ ਆ ਕਰਕੇ ਤੇ ਸਮੇਂ ਬਚਨ ਬੋਲੇ। ਆਰ ਬਲਾ ਲਗ ਬਾਲ ਸੁਚਾਲੀ। ਜਿਹੜੇ ਸੰਤ ਹੈ ਨਾ ਸਾਰੇ ਇਕੱਠੇ ਹੋ ਕਰਕੇ ਸੰਤਰੇਨ ਜੀ ਜਿਹੜੇ ਉਹਨਾਂ ਦੇ ਮਹੰਤ ਹੈ ਉਹਨਾਂ ਨੂੰ ਪੁੱਛਦੇ ਐ। ਕਹਿੰਦੇ ਆਰ ਬਲਾ ਲੱਗ, ਉਮਰ ਤਾਂ ਬੜੀ ਛੋਟੀ ਹੈ ਪਰ ਬਾਲ ਸੁਚਾਲੀ। ਬਾਲਕ ਇਹ ਬੜਾ ਹੀ ਸ੍ਰੇਸ਼ਟ ਚਾਲੀ ਨੂੰ ਮਰਿਆਦਾ ਵਿੱਚ ਚੱਲਣ ਵਾਲੇ ਆ। ਬੜੇ ਸ਼ੁਭ ਗੁਣ ਹਨ ਇਹਨਾਂ ਦੇ ਅੰਦਰ। ਗਿਰਾ ਵਿਰਾਗ ਭਗਤ ਭਲ ਸਾਲੀ। ਇਹਨਾਂ ਦੀ ਜਿਹੜੀ ਗਿਰਾ ਬਾਣੀ ਹੈ ਉਹ ਵਿਰਾਗ ਦੇ ਅੰਦਰ ਮਿਲੀ ਹੋਈ ਹੈ, ਭਗਤੀ ਦੇ ਅੰਦਰ ਮਿਲੀ ਹੋਈ ਹੈ। ਬੜੀ ਭਲੀ ਬਾਣੀ ਬੋਲਦੇ ਹੈ। ਇਹ ਵਿਰਾਗ ਅਤੇ ਭਗਤੀ ਦਾ ਘਰ ਹੀ ਹੈ ਇਹਨਾਂ ਦੀ ਬਾਣੀ। ਇਹੋ ਜੀ ਆਪਣੇ ਮੁਖ ਤੋਂ ਬਾਣੀ ਬੋਲਦੇ ਆ। ਤੁਮ ਸੋ ਆਨ ਕੀਨ ਬਹੁ ਭਾਊ। ਤੇ ਹੇ ਮਹੰਤ ਜੀ, ਸੰਤਰੇਨ ਜੀ, ਤੁਹਾਡੇ ਨਾਲ ਆ ਕਰਕੇ ਇਹਨਾਂ ਨੇ ਬੜਾ ਪ੍ਰੇਮ ਕੀਤਾ ਏ। ਮ੍ਰਿਦੁਲ ਕਿਰਪਾਲ ਵਿਸਾਲ ਸੁਭਾਊ। ਬਹੁਤ ਜ਼ਿਆਦਾ ਕੋਮਲ ਅਤੇ ਵੱਡਾ ਹੀ ਕਿਰਪਾਲੂ ਸੁਭਾਅ ਹੈ ਇਹਨਾਂ ਦਾ। ਭੋਜਨ ਸਾਉਜ ਆਨ ਜਬ ਬੈਸੇ। ਜਦੋਂ ਭੋਜਨ ਦੀ ਸਾਰੀ ਸਮੱਗਰੀ ਲਿਆ ਕਰਕੇ ਤੁਹਾਡੇ ਅੱਗੇ ਭੇਟ ਕੀਤੀ ਤੇ ਆ ਕੇ ਜਦੋਂ ਬੈਠ ਗਏ ਸਨ। ਚਲਨ ਰਜਾਏ ਦੀਨ ਤੁਮ ਕੈਸੇ। ਤੇ ਤੁਸੀਂ ਉਹਨਾਂ ਨੂੰ ਚੱਲਣ ਦੀ ਆਗਿਆ ਕਿਵੇਂ ਫਿਰ ਦੇਣਾ ਕੀਤੀ। ਸੁਨ ਮਹੰਤ ਬੋਲਿਓ ਬਰਬਾਨੀ। ਮਹੰਤ ਜੀ ਜਿਹੜੇ ਸੰਤਰੇਨ ਸਨ ਉਹ ਸੁਣ ਕਰਕੇ ਸ੍ਰੇਸ਼ਟ ਬਚਨ ਆਪਣੇ ਮੁਖ ਤੋਂ ਕਹਿਣ ਲੱਗੇ। ਇਹ ਕੋ ਪਰਮ ਪੁਰਖ ਸੁਖਦਾਨੀ। ਕਹਿਣ ਲੱਗੇ ਤਾਂ ਕੋਈ ਮਹਾਨ ਮਹਾਂਪੁਰਖ ਵੈ, ਸੁੱਖਾਂ ਨੂੰ ਦੇਣ ਵਾਲੇ। ਕੋਈ ਸਧਾਰਨ ਇਹ ਨਹੀਂ ਹਨ। ਤੁਸੀਂ ਬਾਲਕ ਰੂਪ ਵੇਖ ਰਹੇ ਹੋ ਪਰ ਇਹ ਸਧਾਰਨ ਨਹੀਂ, ਕੋਈ ਪਰਮ ਪੁਰਖ ਹਨ ਸੁੱਖਾਂ ਨੂੰ ਦੇਣ ਵਾਲੇ। ਕਲਾਵਾਨ ਗਿਆਨੀ ਗੁਣ ਖਾਨੀ। ਇਹ ਕੋਈ ਕਲਾਵਾਨ ਹਨ, ਸ਼ਕਤੀਆਂ ਦੇ ਸਹਿਤ ਹਨ, ਗਿਆਨ ਅਰੂੜ ਹਨ ਤੇ ਗੁਣਾਂ ਦੀ ਖਾਨ ਹਨ। ਦੁਰਿਓ ਰਹਿ ਗਤ ਪਰਹਿ ਨਾ ਜਾਨੀ। ਇਹਨਾਂ ਨੇ ਆਪਣੇ ਸਰੂਪ ਨੂੰ ਲੁਕਾਇਆ ਹੋਇਆ ਹੈ ਤੇ ਇਹਨਾਂ ਦੀ ਗਤ ਹਾਲਤ ਜਿਹੜੀ ਹੈ ਨਾ ਉਹ ਜਾਣੀ ਨਹੀਂ ਜਾਂਦੀ ਹੈ।
ਇਸ ਪ੍ਰਕਾਰ ਪਤਾ ਨਹੀਂ ਲੱਗਣ ਦਿੰਦੇ, ਆਪਣੇ ਆਪ ਨੂੰ ਗੁਪਤ ਕੀਤਾ ਹੋਇਆ ਏ। ਭਇਓ ਅਸਹਿ ਮੁਝ ਤੇਜ ਪ੍ਰਭਾਉ। ਇਹ ਸੰਤ ਰੇਣ ਜੀ ਕਹਿੰਦੇ ਏਡਾ ਤੇਜ ਪ੍ਰਤਾਪ ਸੀ ਜਿਹੜਾ ਮੇਰੇ ਕੋਲੋਂ ਸਹਾਰਿਆ ਨਹੀਂ ਸੀ ਜਾਂਦਾ ਜਦੋਂ ਸ੍ਰੀ ਗੁਰੂ ਜੀ ਮੇਰੇ ਸਾਹਮਣੇ ਬੈਠੇ ਹੋਏ ਸਨ। ਮਹਾਰਾਜ ਜੀ ਦੀ ਕਿਸ਼ੋਰ ਅਵਸਥਾ ਹੈ, ਬਾਲਕ ਅਵਸਥਾ ਏ। ਜਦੋਂ ਸੰਤਾਂ ਮਹਾਪੁਰਸ਼ਾਂ ਨੇ ਸੰਤ ਰੇਣ ਜੀ ਨੂੰ ਪੁੱਛਿਆ ਕਿ ਕੀ ਗੱਲ ਤੁਸੀਂ ਉਹਨਾਂ ਨੂੰ ਉਹਨਾਂ ਦਾ ਮਿੱਠਾ ਸੁਭਾਅ, ਇੰਨੀਆਂ ਭਲੇ ਬਚਨ ਕਰਦੇ ਸੀ, ਦਿਲ ਨਹੀਂ ਸੀ ਕਰਦਾ ਤਿਆਗਣ ਨੂੰ? ਸਾਡਾ ਵੀ ਦਿਲ ਕਰਦਾ ਸੀ ਉਹਨਾਂ ਦੇ ਹੋਰ ਦਰਸ਼ਨ ਕਰੀਏ। ਸੰਤ ਰੇਣ ਜੀ ਕਹਿੰਦੇ ਨੇ ਉਹਨਾਂ ਨੂੰ ਤੁਸੀਂ ਬਾਲਕ ਨਾ ਜਾਣੋ, ਇਹ ਤਾਂ ਕੋਈ ਭਾਰੀ ਪੁਰਖ ਹੈ, ਕਲਾਵਾਨ ਹਨ, ਸ਼ਕਤੀ ਦੇ ਸਹਿਤ ਹਨ, ਆਪਣਾ ਆਪ ਲੁਕਾਇਆ ਹੋਇਆ ਹੈ। ਉਹਨਾਂ ਦੇ ਚਿਹਰੇ ਦਾ ਏਡਾ ਤੇਜ ਪ੍ਰਤਾਪ ਸੀ ਜਿਹੜਾ ਮੈਥੋਂ ਝੱਲਿਆ ਨਹੀਂ ਸੀ ਜਾਂਦਾ। ਜਾਂ ਤੇ ਦੀਨੀ ਜਾਨ ਰਜਾਊ। ਇਸ ਕਰਕੇ ਮੈਂ ਜਾਣ ਦੀ ਹੀ ਰਜਾ ਜਿਹੜੀ ਸੀ ਆਗਿਆ ਉਹਨਾਂ ਨੂੰ ਦੇ ਦੇਣਾ ਕੀਤੀ। ਅਸ ਕਹਿ ਤਬ ਕੀਨੋ ਪੁਨ ਅਸਨਾ। ਇਸ ਤਰ੍ਹਾਂ ਕਹਿ ਕੇ ਤੇ ਉਹ ਫਿਰ ਜਿਹੜੇ ਸੀ ਸੰਤ ਮਹਾਤਮਾ ਮਹਾਪੁਰਖ ਸਾਰੇ ਭੋਜਨ ਛਕਣ ਲੱਗ ਪਏ। ਖਾਨ ਲੱਗੇ ਸਵਾਦਨ ਲੈ ਰਸਨਾ। ਤੇ ਛਕਣ ਲੱਗ ਪਏ ਭੋਜਨ, ਰਸਨਾ ਤੋਂ ਸਵਾਦ ਲੈ ਕਰਕੇ। ਸਿਤਾ ਘ੍ਰਿਤ ਮੇਲਿਓ ਸੰਗ ਪਾਇਸ। ਤੇ ਸਮੇਂ ਖੀਰ ਦੇ ਵਿੱਚ ਖੰਡ ਤੇ ਘਿਓ ਜਿਹੜਾ ਸੀ ਉਹ ਪਾਉਣਾ ਕੀਤਾ। ਸੰਤ ਛੁਦਾ ਤੁਰ ਤ੍ਰਿਪਤੇ ਖਾਇਸ। ਛਕ ਕਰਕੇ ਬਾਹਲੇ ਚਿਰ ਦੇ ਭੁੱਖੇ ਸੀ ਸੰਤ, ਛਕ ਕਰਕੇ ਤ੍ਰਿਪਤ ਹੋਏ ਆ। ਮਨ ਪ੍ਰਸੀਦ ਹਵੈ ਬਚਨ ਬਖਾਨੈ। ਮਨ ਦੇ ਅੰਦਰ ਪ੍ਰਸੰਨ ਹੋ ਕੇ ਖੁਸ਼ ਹੋ ਕਰਕੇ ਇਉਂ ਬਚਨ ਕਹਿੰਦੇ ਆ ਇਹ ਕਰਤਾਰ ਪਠਿਓ ਹਮ ਜਾਣੈ। ਕਿ ਇਹ ਕਰਤਾਰ ਨੇ ਆਪ ਪਰਮੇਸ਼ਰ ਨੇ ਭੋਜਨ ਭੇਜਿਆ ਹੈ, ਅਸੀਂ ਤਾਂ ਇਉਂ ਜਾਣਦੇ ਹਾਂ। ਕਿਦੋਂ ਸਰੀਰ ਧਾਰ ਕਰਤਾਰਾ। ਕਿਦੋਂ ਜਾਂ ਆਪ ਹੀ ਨਿਰੰਕਾਰ ਕਰਤਾਰ ਸਰੀਰ ਨੂੰ ਧਾਰ ਕਰਕੇ ਆਨ ਲੀਨ ਸੁਧ ਦੀਨ ਆਹਾਰਾ। ਆ ਕਰਕੇ ਸਾਡੀ ਸੁਧ ਲਈ ਹੈ, ਖਬਰ ਲਈ ਹੈ ਤੇ ਸਾਨੂੰ ਖਾਣ ਨੂੰ ਭੋਜਨ ਦਿੱਤਾ ਹੈ। ਇਉਂ ਜਿਹੜੇ ਭਜਨ ਕਰਨ ਵਾਲੇ ਆ ਨਾ, ਉਹਨਾਂ ਨੂੰ ਅੰਤਰਾਤਮੇ ਜਿਹੜੇ ਸੰਕੇਤ ਮਿਲ ਜਾਂਦੇ ਆ। ਇਹ ਸਾਧੂ ਜਿਹੜੇ ਭਜਨੀਕ ਨੇ ਉਹਨਾਂ ਨੂੰ ਇਹ ਸੰਕੇਤ ਮਿਲ ਗਿਆ ਕਿ ਤਾਂ ਅਸੀਂ ਨਿਰੰਕਾਰ ਦੇ ਅੱਗੇ ਰਜੋਈਆਂ ਕਰਦੇ ਸਾਂ ਤੇ ਇਹ ਨਿਰੰਕਾਰ ਨੇ ਆਪ ਹੀ ਭੋਜਨ ਭੇਜਿਆ ਹੈ, ਕਿ ਜਾਂ ਜਿਹੜੇ ਭੋਜਨ ਲੈ ਕੇ ਆਏ, ਸਮੱਗਰੀ ਲੈ ਕੇ ਆਏ, ਲੰਗਰ ਛਕਾ ਕੇ ਗਏ ਹੈ, ਕਿ ਉਹ ਆਪ ਹੀ ਕਰਤਾਰ ਨੇ। ਕਹਿੰਦੇ ਸਾਨੂੰ ਕਿਉਂ ਲੱਗਦਾ ਜਿਵੇਂ ਨਿਰੰਕਾਰ ਆਪ ਹੀ ਰੂਪ ਧਾਰ ਕੇ ਆਇਆ ਸਾਡੀ ਭੁੱਖ ਦੂਰ ਕਰਨ ਵਾਸਤੇ। ਸਪਤ ਦਿਵਸ ਕੇ ਛੁਦ ਸੰਤਾਏ। ਕਿਉਂਕਿ 7 ਦਿਨਾਂ ਦੇ ਭੁੱਖੇ ਜਿਹੜੇ ਸੀ ਇਹਨਾਂ ਨੂੰ ਭੁੱਖ ਸਤਾ ਰਹੀ ਸੀਗੀ। ਅਬ ਭੋਜਨ ਕਰ ਹਮ ਤ੍ਰਿਪਤਾਏ। ਹੁਣ ਭੋਜਨ ਛਕ ਕਰਕੇ ਅਸੀਂ ਤ੍ਰਿਪਤ ਹੋਏ ਹਾਂ। ਇਤ ਸ੍ਰੀ ਨਾਨਕ ਪੁਰ ਦਿਸ਼ ਗਵਨੂ। ਇੱਧਰ ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਗਰ ਦੀ ਦਿਸ਼ਾ ਵੱਲ ਨੂੰ ਚੱਲ ਰਹੇ ਅਰਧ ਪੰਥ ਪਹੁੰਚੇ ਗੁਣ ਭਵਨੂ। ਗੁਣਾਂ ਦੇ ਘਰ ਸਤਿਗੁਰੂ ਜੀ ਜਦੋਂ ਅੱਧਾ ਰਸਤਾ ਆ ਗਏ ਹੈ, ਤਲਵੰਡੀ ਦਾ ਅੱਧਾ ਰਸਤਾ ਮਹਾਰਾਜ ਜੀ ਨੇ ਜਦੋਂ ਤੈਅ ਕਰ ਲਿਆ ਏ। ਸੋਚ ਵਿਮੋਚਨ ਸੋਚਣ ਲਾਗੇ। ਸੋਚਾਂ ਨੂੰ ਕੱਟਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਹੀ ਸੋਚਣ ਲੱਗ ਪਏ। ਹਟਕਤ ਚਿਤ ਪਗ ਪਰੇ ਨ ਆਗੇ। ਮਹਾਰਾਜ ਜੀ ਦਾ ਚਿੱਤ ਰੁਕਦਾ ਹੈ ਤੇ ਜਿਹੜੇ ਚਰਨ ਹਨ ਨਾ ਉਹ ਰਸਤੇ ਤੇ ਹੁਣ ਅੱਗੇ ਨਹੀਂ ਪੈਂਦੇ ਹਨ। ਚਿੰਤਾ ਤੁਰ ਸੇ ਹਵੈ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਜੀ ਚਿੰਤਾ ਦੇ ਸਹਿਤ ਹੋ ਕਰਕੇ ਬੋਲੇ ਮੁਝ ਸੋ ਅਸ ਬਿਦ ਬਾਨੀ। ਇਸ ਤਰੀਕੇ ਦਾ ਬਚਨ ਜਿਹੜਾ ਸੀ ਮੇਰੇ ਤਾਈਂ ਸਤਿਗੁਰੂ ਜੀ ਤੇ ਸਮੇਂ ਕਹਿਣ ਲੱਗੇ। ਇਹ ਕੀਨੋ ਕਿਆ ਹਮਨੇ ਕਾਮਾ। ਮਹਾਰਾਜ ਕਹਿਣ ਲੱਗੇ ਭਾਈ ਬਾਲਾ ਇਹ ਅਸੀਂ ਕੀ ਕੰਮ ਕਰ ਦੇਣਾ ਕੀਤਾ। ਉੱਤਰ ਕੋ ਦੇ ਹੈ ਚਲ ਧਾਮਾ। ਘਰ ਦੇ ਵਿੱਚ ਚੱਲ ਕਰਕੇ ਹੁਣ ਉੱਤਰ ਕੌਣ ਦੇਵੇਗਾ। ਪਿਤ ਕੋ ਅਧਿਕ ਕ੍ਰੋਧ ਉਪਜੈ ਹੈ। ਪਿਤਾ ਜੀ ਨੂੰ ਤਾਂ ਬਹੁਤ ਜ਼ਿਆਦਾ ਗੁੱਸਾ ਆਵੇਗਾ। ਮੁਝ ਤੁਝ ਸੋ ਦੇ ਗਾਰ ਲਰੈ ਹੈ। ਤੇ ਮੇਰੇ ਨਾਲ ਤੇ ਭਾਈ ਬਾਲਾ ਤੇਰੇ ਨਾਲ ਬਹੁਤ ਜ਼ਿਆਦਾ ਇਉਂ ਗੁੱਸੇ ਦੇ ਬੋਲ ਕਰਕੇ ਗਾਲਾਂ ਆਦਿਕ ਦੇ ਕਰਕੇ ਲੜ ਪੈਣਗੇ। ਮੈਂ ਭਾਖਿਓ ਕਛ ਦੋਸ਼ ਨਾ ਮੇਰੋ। ਭਾਈ ਬਾਲਾ ਜੀ ਕਹਿੰਦੇ ਕਿ ਮੈਂ ਫਿਰ ਆਖਿਆ ਕਿ ਮਹਾਰਾਜ ਮੇਰੀ ਤਾਂ ਕੋਈ ਗਲਤੀ ਨਹੀਂ ਹੈ। ਤੁਮ ਕੋ ਬਰਜ ਰਹਿਓ ਬਹੁ ਤੇਰੋ। ਮੈਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਹਟਾਉਂਦਾ ਰਿਹਾ ਸੀਗਾ। ਆਪ ਜਾਣ ਕੈ ਕੀਨ ਕੋ ਕਾਜੂ। ਆਪ ਹੀ ਜਾਣ ਕਰਕੇ ਤੁਸੀਂ ਇਹ ਜਾਣ ਬੁੱਝ ਕੇ ਖੋਟਾ ਕੰਮ ਕੀਤਾ ਏ। ਚਿਤ ਕਿਉ ਚਿੰਤ ਧਰੀ ਤੁਮ ਆਜੂ। ਤੇ ਹੁਣ ਤੁਸੀਂ ਚਿੱਤ ਦੇ ਅੰਦਰ ਚਿੰਤਾ ਕਿਉਂ ਧਾਰਨ ਕੀਤੀ ਹੈ?
ਫਿਕਰ ਕਿਉਂ ਹੁਣ ਧਾਰਨ ਕੀਤਾ ਏ। ਆਪ ਜਿਮ ਹੋਏ ਸਹੋ ਸੋ ਰੀਤੀ। ਤੇ ਹੁਣ ਜਿਵੇਂ ਹੋਵੇ ਉਵੇਂ ਉਸ ਤਰੀਕੇ ਨਾਲ ਹੁਣ ਆਪਣੇ ਸਰੀਰ ਦੇ ਉੱਤੇ ਸਹਾਰਨਾ ਕਰੋ। ਜਿਸ ਤਰ੍ਹਾਂ ਹੁਣ ਹੋਵੇਗਾ ਉਸ ਤਰ੍ਹਾਂ ਤੁਸੀਂ ਹੁਣ ਸਹਾਰਨਾ ਕਰੋ। ਸੁਧੀ ਹੋਏ ਅਥਵਾ ਵਿਪਰੀਤੀ। ਜਾਂ ਕਿ ਸਿੱਧੀ ਗੱਲ ਹੋਵੇ ਜਾਂ ਕੋਈ ਵਿਪਰੀਤ ਉਲਟ ਹੋਵੇ, ਹੁਣ ਤਾਂ ਇਹ ਤੁਹਾਨੂੰ ਆਪ ਹੀ ਸਹਾਰਨਾ ਪਵੇਗਾ। ਮੁਝ ਕੋ ਚਿੰਤ ਨਾ ਏਕ ਵਿਆਪੇ। ਭਾਈ ਬਾਲਾ ਜੀ ਕਹਿੰਦੇ ਮੈਨੂੰ ਤਾਂ ਇੱਕ ਵੀ ਚਿੰਤਾ ਜਿਹੜੀ ਹੈ ਉਹ ਨਹੀਂ ਲੱਗ ਰਹੀ। ਧਨ ਤੁਮਰਾ ਖਰਚਿਓ ਤੁਮ ਆਪੇ। ਕਿਉਂਕਿ ਧਨ ਵੀ ਮਹਾਰਾਜ ਤੁਹਾਡਾ ਸੀ, ਤੁਸੀਂ ਖਰਚਿਆ ਵੀ ਆਪੇ ਹੀ ਹੈ। ਬਹੁਰ ਨਾ ਮੈਂ ਤੁਮ ਤੇ ਕਛ ਸਿਆਣਾ। ਤੇ ਬਹੁਰੋ ਫਿਰ ਮੈਂ ਕਿਹੜਾ ਤੁਹਾਡੇ ਨਾਲੋਂ ਕੋਈ ਜ਼ਿਆਦਾ ਸਿਆਣਾ ਹਾਂ। ਸਭ ਜਾਣਹਿਗੇ ਬੈਸ ਸਮਾਨਾ। ਸਾਰੇ ਇਹੋ ਜਾਣਨਗੇ ਕਿ ਉਮਰ ਇੱਕੋ ਜਿਹੀ ਹੈ। ਪੁਨ ਮੈਂ ਹੋ ਆਇਸ ਅਨੁਸਾਰੀ। ਤੇ ਫਿਰ ਨਾਲੇ ਮੈਂ ਤਾਂ ਤੁਹਾਡੀ ਆਗਿਆ ਦੇ ਅਨੁਸਾਰੀ ਹਾਂ। ਤਬ ਪਿਤ ਭੇਜਿਓ ਦਾਸ ਵਿਚਾਰੀ। ਤੇ ਤੁਹਾਡੇ ਪਿਤਾ ਜੀ ਨੇ ਸੇਵਕ ਜਾਣ ਕਰਕੇ ਮੈਨੂੰ ਨਾਲ ਭੇਜਿਆ ਵਿਚਾਰ ਕਰਕੇ। ਜਾਂ ਤੇ ਦੋਸ਼ ਨਾ ਮਮ ਪਰ ਠਾਨਹਿ। ਇਸ ਕਰਕੇ ਮੇਰੇ ਉੱਤੇ ਤਾਂ ਕੋਈ ਵੀ ਦੋਸ਼ ਜਿਹੜਾ ਨਾ ਉਹ ਤੁਸੀਂ ਨਾ ਦੇਣਾ ਕਰੋ। ਕਰਮ ਸ਼ੁਭਾ ਸ਼ੁਭ ਤੁਮਰੋ ਜਾਣਹਿ। ਜਿਹੜਾ ਮੇਰੇ ਉੱਤੇ ਕੋਈ ਵੀ ਉਹ ਦੋਸ਼, ਪਿਛਲੀ ਪੰਕਤੀ ਪੜੋ। ਜਾਂ ਤੇ ਦੋਸ਼ ਨਾ ਮਮ ਪਰ ਠਾਨਹਿ। ਇਸ ਕਰਕੇ ਮੇਰੇ ਉੱਤੇ ਕੋਈ ਵੀ ਦੋਸ਼ ਜਿਹੜੇ ਆ ਤੁਹਾਡੀ ਪਿਤਾ ਜੀ ਨਹੀਂ ਦੇਣਗੇ। ਕਰਮ ਸ਼ੁਭਾ ਸ਼ੁਭ ਤੁਮਰੋ ਜਾਣਹਿ। ਸ਼ੁਭ ਜਾਂ ਅਸ਼ੁਭ, ਚੰਗਾ ਜਾਂ ਮਾੜਾ ਤੁਹਾਡਾ ਹੀ ਜਾਣਨਗੇ ਕਿ ਇਹ ਕੰਮ ਤੁਸਾਂ ਕੀਤਾ ਏ। ਗਟੀ ਗਿਣਤ ਬੋਲਤ ਬਚਦੂ। ਇਉਂ ਭਾਈ ਬਾਲਾ ਜੀ ਕਹਿੰਦੇ ਗਿਣਤੀਆਂ ਗਿਣਦੇ, ਵਿਚਾਰਾਂ ਵਿਚਾਰਦੇ, ਬੋਲਦੇ ਹੋਏ ਆਪਸ ਦੇ ਅੰਦਰ, ਭਾਵ ਸ੍ਰੀ ਗੁਰੂ ਜੀ ਅਤੇ ਭਾਈ ਬਾਲਾ ਜੀ ਕਹਿੰਦੇ ਮੈਂ, ਇਉਂ ਅਸੀਂ ਦੋਵੇਂ ਬਚਨ ਕਰਦੇ ਹੋਏ, ਗਿਣਤੀਆਂ ਗਿਣਦੇ, ਵਿਚਾਰਾਂ ਵਿਚਾਰਦੇ ਹੋਏ। ਨਿਰਾਨੀ ਤਲਵੰਡੀ ਸੋ। ਤੇ ਤਲਵੰਡੀ ਨਗਰ ਜਿਹੜਾ ਸੀ ਫਿਰ ਨੇੜੇ ਆ ਗਿਆ। ਹਉ ਤੋ ਚਲ ਆਇਓ ਨਿਜ ਸਦਨਾ। ਭਾਈ ਬਾਲਾ ਜੀ ਕਹਿੰਦੇ ਮੈਂ ਤਾਂ ਚੱਲ ਕਰਕੇ ਆਪਣੇ ਘਰ ਨੂੰ ਆ ਗਿਆ। ਪੁਰ ਨਾ ਪ੍ਰਵੇਸ਼ੇ ਪੰਕਜ ਬਦਨਾ। ਕਮਲ ਸ਼੍ਰੀ ਕੇ ਮੁਖੜੇ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਗਰ ਦੇ ਅੰਦਰ ਪ੍ਰਵੇਸ਼ ਹੀ ਨਹੀਂ ਹੋਏ। ਏਕ ਤਾਲ ਜਲਹੀਨ ਜੋ ਦੂਰੀ। ਦੂਰ ਨਗਰ ਤੋਂ ਇੱਕ ਜਿਹੜਾ ਤਾਲ ਸੀਗਾ, ਤਲਾਬ, ਜਲ ਤੋਂ ਹੀਣਾ ਸੀ, ਭਾਵ ਜਲ ਉਹਦੇ ਅੰਦਰ ਸੁੱਕਿਆ ਹੋਇਆ ਸੀਗਾ। ਤਹ ਬੈਸੇ ਬੈਸਕ ਜਿਨ ਰੂਰੀ। ਜਿਨ੍ਹਾਂ ਦਾ ਇਸ ਪ੍ਰਕਾਰ ਬੜਾ ਸੁੰਦਰ ਸਰੂਪ ਹੈ, ਬੈਠਣਾ ਸੁੰਦਰ ਹੈ, ਐਸੇ ਸਤਿਗੁਰੂ ਜੀ ਬੈਠੇ ਉੱਥੇ ਜਾ ਕਰਕੇ। ਸੁਨਿਓ ਜਬਹਿ ਆਇਓ ਘਰ ਬਾਲਾ। ਜਦੋਂ ਮਹਾਰਾਜ ਦੇ ਪਿਤਾ ਬਾਬਾ ਕਾਲੂ ਜੀ ਨੇ ਸੁਣਿਆ ਕਿ ਭਾਈ ਬਾਲਾ ਤਾਂ ਆਪਣੇ ਘਰ ਆ ਗਿਆ ਏ, ਭਇਓ ਹੌਲ ਕਾਲੂ ਤਤਕਾਲਾ। ਤੇ ਬਾਬਾ ਕਾਲੂ ਜੀ ਨੂੰ ਤਾਂ ਬਹੁਤ ਜ਼ਿਆਦਾ ਤੇ ਸਮੇਂ ਹੌਲ ਉੱਠਿਆ, ਬੜੀ ਛੇਤੀ। ਦਾਸ ਪਠਾਏ ਮੁਝੇ ਬੁਲਵਾਇਆ। ਤੇ ਸੇਵਕ ਨੌਕਰ ਭੇਜ ਕਰਕੇ ਤੇ ਸਮੇਂ ਮੈਨੂੰ ਬੁਲਾ ਲਿਆ। ਕਰੂਰ ਬਿਲੋਕਤ ਬਚਨ ਅਲਾਇਆ। ਗੁੱਸੇ ਨਾਲ ਵੇਖਦਿਆਂ ਹੋਇਆਂ ਮੇਰੇ ਵੱਲ ਤੇ ਬਾਬਾ ਕਾਲੂ ਜੀ ਨੇ ਤੇ ਸਮੇਂ ਬਚਨ ਕਿਹਾ ਕਹਾਂ ਕਾਰਖਿਕ ਨਾਨਕ ਕਹਿਵਾ। ਕਿ 20 ਰੁਪਈਏ ਕਿੱਥੇ ਐ ਤੇ ਮੇਰਾ ਪੁੱਤਰ ਨਾਨਕ ਕਿੱਥੇ ਹੈ। ਤਜਿਓ ਸੰਗ ਕਿਉਂ ਪਾਛੇ ਰਹਿਵਾ। ਤੇ ਇਸ ਪ੍ਰਕਾਰ ਤੂੰ ਭਾਈ ਬਾਲਾ ਮੇਰੇ ਪੁੱਤਰ ਦਾ ਸਾਥ ਕਿਉਂ ਛੱਡ ਦਿੱਤਾ ਹੈ ਕਿ ਜਾਂ ਕਰਕੇ ਉਹ ਕਿਤੇ ਪਿੱਛੇ ਹੀ ਰਹਿ ਗਿਆ ਏ। ਬਨਜਿਓ ਬਨਜ ਕਿਦੋ ਤੁਮ ਨਾਹੀ। ਕੋਈ ਸੌਦਾ ਵੀ ਤੁਸੀਂ ਖਰੀਦਿਆ ਵਪਾਰ ਕਰਨ ਵਾਸਤੇ ਕਾ ਜਾਂ ਨਹੀਂ ਕੋਈ ਸੌਦਾ ਖਰੀਦਿਆ। ਬਿਨ ਦੇ ਸੁਧ ਗਾ ਨਿਜ ਘਰ ਮਾਹੀ। ਤੇ ਮੈਨੂੰ ਖਬਰ ਦਿੱਤੇ ਤੋਂ ਬਿਨਾਂ ਹੀ ਭਾਈ ਬਾਲਾ ਤੂੰ ਆਪਣੇ ਘਰ ਕਿਵੇਂ ਚਲਾ ਗਿਆ। ਕਿਹ ਨਗਰੀ ਮਹਿ ਤਿਹ ਕੋ ਛੋਰਾ। ਕਿਹੜੇ ਨਗਰ ਵਿੱਚ, ਕਿਹੜੀ ਨਗਰੀ ਵਿੱਚ ਮੇਰੇ ਪੁੱਤਰ ਨਾਨਕ ਨੂੰ ਛੱਡ ਆਇਆ ਹੈ। ਰੂਠ ਰਹਿਓ ਕਿਉਂ ਤੈ ਨਾ ਬਿਹੋਰਾ। ਜੇ ਤੇਰੇ ਨਾਲ ਰੋਸੀ ਗਏ ਸੀਗੇ ਤੇ ਤੂੰ ਫਿਰ ਮੋੜਿਆ ਕਿਉਂ ਨਾ। ਇਉਂ ਮਹਾਰਾਜ ਦੇ ਪਿਤਾ ਜੀ ਅੰਦਾਜ਼ੇ ਲਾ ਲਾ ਕੇ ਕਹਿਣ ਲੱਗੇ। ਅਸ ਬਚ ਸੁਣ ਕੇ ਗਿਰਾ ਉਬਾਚੀ। ਇਸ ਤਰ੍ਹਾਂ ਦੇ ਜਦੋਂ ਬਚਨ ਸੁਣੇ ਮਹਾਰਾਜ ਦੇ ਪਿਤਾ ਬਾਬਾ ਕਾਲੂ ਜੀ ਦੇ, ਭਾਈ ਬਾਲਾ ਜੀ ਕਹਿੰਦੇ ਮੈਂ ਫਿਰ ਸੁਣ ਕਰਕੇ ਜਿਹੜਾ ਸੀ ਆਪਣੇ ਮੁਖ ਤੋਂ ਇਉਂ ਕਹਿਣ ਲੱਗਾ। ਜਸ ਬਿਦ ਬਿਤੀ ਬਤਾਏ ਸਾਚੀ। ਜਿਸ ਤਰ੍ਹਾਂ ਬਤੀਤ ਹੋਈ ਸੀ ਸਾਡੇ ਨਾਲ ਉਹ ਸਾਰੀ ਫਿਰ ਮੈਂ ਸੱਚੀ ਗੱਲ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਦੇ ਪਿਤਾ ਜੀ ਨੂੰ ਦੱਸ ਦਿੱਤੀ। ਇੱਕ ਕਾਨਨ ਮੈਂ ਹੁਤੇ ਫਕੀਰਾ। ਤੇ ਅਸੀਂ ਜਦੋਂ ਚੱਲਦੇ ਜਾ ਰਹੇ ਸਾਂ
ਇੱਕ ਜੰਗਲ ਵਿੱਚ ਸੀਗੇ ਬਹੁਤ ਜ਼ਿਆਦੇ ਸਾਧੂ ਮਹਾਤਮਾ ਫਕੀਰ। ਚਲੇ ਜਾਤ ਬੈਸੇ ਤਿਨ ਤੀਰਾ। ਅਸੀਂ ਤਾਂ ਚਲੇ ਜਾ ਰਹੇ ਸਾਂ, ਫਿਰ ਉਹਨਾਂ ਦੇ ਵੇਖ ਕਰਕੇ ਉਹਨਾਂ ਵੱਲ ਗੁਰੂ ਮਹਾਰਾਜ ਸਾਹਿਬ ਜੀ ਉਹਨਾਂ ਦੇ ਕੋਲ ਜਾ ਕਰਕੇ ਬੈਠ ਗਏ। ਕਛੁਕ ਪਰਸ ਪਰ ਬੋਲਨ ਕੀਨਾ। ਆਪਸ ਦੇ ਵਿੱਚ ਕੁਝ ਬਚਨ ਬਲਾਸ ਬੋਲਣਾ ਕੀਤੇ। ਭੋਜਨ ਹਿਤ ਤਿਨ ਕੋ ਧਨ ਦੀਨਾ। ਉਹਨਾਂ ਨੂੰ ਭੋਜਨ ਵਾਸਤੇ ਜਿਹੜਾ ਧਨ ਸੀ ਨਾ 20 ਰੁਪਏ ਉਹ ਦੇ ਦੇਣਾ ਕੀਤਾ। ਕਹਿਣ ਲੱਗੇ ਪਿਤ ਆਇਸ ਜੈਸੀ। ਤੇ ਮੈਨੂੰ ਕਹਿਣ ਲੱਗੇ ਕਿ ਪਿਤਾ ਜੀ ਦੀ ਜਿਸ ਤਰ੍ਹਾਂ ਆਗਿਆ ਹੈ ਭਲੇ ਬਨਜ ਕੀ ਕੀਨੀ ਤੈਸੀ। ਤੇ ਇਹ ਭਲਾ ਬਨ ਜੇ ਖਰਾ ਸੌਦਾ ਅਸੀਂ ਉਸੇ ਤਰ੍ਹਾਂ ਹੀ ਕਰਨਾ ਕੀਤਾ ਜਿਵੇਂ ਪਿਤਾ ਜੀ ਦੀ ਆਗਿਆ ਹੈ ਕਿ ਖਰਾ ਸੌਦਾ ਕਰਿਓ। ਇਸ ਕਰਕੇ ਇਹ ਸਾਧੂਆਂ ਨੂੰ ਭੋਜਨ ਛਕਾਉਣ ਤੋਂ ਵੱਡਾ ਕੋਈ ਖਰਾ ਸੌਦਾ ਨਹੀਂ। ਇਸ ਤਰ੍ਹਾਂ ਮੈਨੂੰ ਕਹਿਣਾ ਕੀਤਾ। ਦੇ ਕਰ ਦਰਬ ਘਰਨ ਮੁਰ ਆਏ। ਉਹ ਧਨ ਸਾਰਾ ਸੀ ਲੰਗਰ ਛਕਾ ਕਰਕੇ ਸਾਧੂਆਂ ਨੂੰ ਤੇ ਘਰ ਨੂੰ ਮੁੜ ਆਏ ਹਾਂ। ਨਗਰ ਵਹਿਰ ਬੈਸੇ ਕਿਸ ਥਾਏ। ਤੇ ਨਗਰ ਤੋਂ ਬਾਹਰ ਹੁਣ ਕਿਸੇ ਥਾਂ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਬੈਠੇ ਹਨ। ਕ੍ਰੋਧ ਕਰਨ ਤੁਮ ਤੇ ਡਰ ਧਰ ਕੇ। ਤੁਸੀਂ ਗੁੱਸਾ ਕਰੋਗੇ, ਕ੍ਰੋਧ ਕਰੋਗੇ, ਇਸ ਕਰਕੇ ਤੁਹਾਡੇ ਤੋਂ ਡਰ ਮਨ ਕਰਕੇ ਸਦਨ ਨਾ ਆਏ ਇਹ ਵਿਚਰ ਕੇ। ਘਰ ਵਿੱਚ ਨਹੀਂ ਆਏ ਇਹ ਗੱਲ ਨੂੰ ਵਿਚਾਰ ਕਰਕੇ। ਅਸ ਸੁਨ ਕਾਲੂ ਕ੍ਰੋਧ ਨਾ ਥੋਰਾ। ਇਸ ਤਰ੍ਹਾਂ ਸੁਣ ਕਰਕੇ ਬਾਬਾ ਕਾਲੂ ਜੀ ਨੂੰ ਥੋੜਾ ਗੁੱਸਾ ਨਹੀਂ ਭਾਵ ਬਹੁਤ ਜ਼ਿਆਦਾ ਕ੍ਰੋਧ ਆਇਆ। ਪਰਸਤ ਕ੍ਰਿਤ ਜਿਉ ਪਾਵਕ ਜੋਰਾ। ਜਿਵੇਂ ਇੰਨਾ ਗੁੱਸਾ ਚੜ ਗਿਆ ਜਿਵੇਂ ਬਹੁਤ ਤੇਜ਼ ਅੱਗ ਬਲਦੀ ਹੋਵੇ ਨਾ ਤੇ ਘਿਓ ਦੇ ਉੱਤੇ ਪੈ ਜਾਵੇ, ਘਿਓ ਨੂੰ ਪਰਸ ਲਵੇ ਤੇ ਹੋਰ ਪ੍ਰਜਵਲਿਤ ਹੋ ਜਾਂਦੀ ਹੈ। ਇਸ ਤਰ੍ਹਾਂ ਬਹੁਤ ਜ਼ਿਆਦਾ ਗੁੱਸਾ ਆ ਗਿਆ ਬਾਬਾ ਕਾਲੂ ਜੀ ਨੂੰ। ਕਹੈ ਕੇ ਮੁਝ ਕੋ ਦੇਹ ਬਤਾਈ। ਕਹਿਣ ਲੱਗੇ ਚੱਲ ਭਾਈ ਬਾਲਾ ਮੈਨੂੰ ਦੱਸਣਾ ਕਰ। ਚਲੋ ਸੰਗ ਬੈਸਿਓ ਜਿਹ ਥਾਈ। ਚੱਲ ਮੇਰੇ ਨਾਲ ਜਿੱਥੇ ਬੈਠੇ ਹੋਏ ਨੇ। ਮੁਖ ਤੇ ਬੋਲਤ ਗਿਰਾ ਕਠੋਰਾ। ਮੁਖ ਤੋਂ ਬਹੁਤ ਜ਼ਿਆਦਾ ਕਠੋਰ ਬੋਲ ਜਿਹੜੇ ਸੀ ਨਾ ਸਖਤ ਉਹ ਮਹਾਰਾਜ ਦੇ ਪਿਤਾ ਜੀ ਬੋਲਣ ਲੱਗੇ। ਲੈ ਮੁਝ ਸੰਗ ਚੱਲਿਓ ਤਿਨ ਓਰਾ। ਲੈ ਕਰਕੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਨਾਲ ਤੇ ਸਤਿਗੁਰੂ ਜੀ ਵੱਲ ਨੂੰ ਚੱਲ ਪਏ। ਸੁਨੀ ਮਾਤ ਸਭ ਧਨ ਕੀ ਗਾਥਾ। ਮਾਤਾ ਤ੍ਰਿਪਤਾ ਜੀ ਨੇ ਵੀ ਇਹ ਧਨ ਦੇ ਜਿਹੜਾ ਸੀ ਲੰਗਰ ਛਕਾਉਣ ਦੀ ਕਿ ਸਾਧੂਆਂ ਨੂੰ 20 ਰੁਪਈਆਂ ਦਾ ਲੰਗਰ ਖਵਾ ਦਿੱਤਾ ਹੈ ਤੇ ਇਸ ਪ੍ਰਕਾਰ ਇਹ ਸਾਰੀ ਗੱਲ ਜਿਹੜੀ ਸੀ ਨਾ ਗਾਥਾ ਇਹ ਸੁਣੀ ਮਾਤਾ ਜੀ ਨੇ ਧਨ ਦੀ ਕਿ ਸਾਧੂਆਂ ਨੂੰ ਲੰਗਰ ਛਕਾ ਆਏ ਨੇ। ਖੋਜਨ ਗਾ ਕਾਲੂ ਰਿਸ ਸਾਥਾ। ਤੇ ਜਿਹੜੇ ਹਨ ਬਾਬਾ ਕਾਲੂ ਜੀ ਉਹ ਗੁੱਸੇ ਵਿੱਚ ਲੱਭਣ ਵਾਸਤੇ ਗਏ ਆ। ਤੁਰਤ ਤਬਹਿ ਤਨਿਆ ਕੋ ਭੇਜਾ। ਬੜੀ ਛੇਤੀ ਨਾਲ ਮਾਤਾ ਤ੍ਰਿਪਤਾ ਜੀ ਨੇ ਆਪਣੀ ਸੁਪੁੱਤਰੀ ਭਾਵ ਬੇਬੇ ਨਾਨਕੀ ਜੀ ਨੂੰ ਭੇਜਣਾ ਕੀਤਾ। ਪਤ ਰਿਸ ਤੇ ਉਠ ਧਰਕ ਕਰੇਜਾ। ਆਪਣੇ ਪਤੀ ਬਾਬਾ ਕਾਲੂ ਜੀ ਦੇ ਗੁੱਸੇ ਤੋਂ ਮਾਤਾ ਜੀ ਦਾ ਜਿਹੜਾ ਕਲੇਜਾ ਸੀ ਧੜਕਣ ਲੱਗ ਪਿਆ, ਦਿਲ ਧੜਕਣ ਲੱਗ ਪਿਆ। ਬਹਰੋ ਦਾਸੀ ਦਾਸ ਪਠਾਏ। ਬਹਰੋ ਜਿਹੜੇ ਦਾਸੀਆਂ ਦਾਸ ਵੀ ਮਗਰੇ ਮਾਤਾ ਜੀ ਨੇ ਭੇਜ ਦੇਣਾ ਕੀਤੇ। ਹਿਤ ਬਿਲੋਕ ਨੇ ਲੋਕ ਸਿਧਾਏ। ਤੇ ਵੇਖਣ ਵਾਸਤੇ ਬਹੁਤ ਜ਼ਿਆਦੇ ਤਲਵੰਡੀ ਦੇ ਲੋਕ ਵੀ ਚੱਲ ਪਏ। ਬਹਿਰ ਜਾਏ ਪਿਖ ਜਲ ਬਿਨ ਤਾਲਾ। ਬਾਹਰ ਜਾ ਕਰਕੇ ਜਦੋਂ ਵੇਖਿਆ ਜਿਹੜਾ ਤਲਾਬ ਜਲ ਤੋਂ ਹੀਣਾ ਹੈ ਭਾਵ ਜਿਹਦੇ ਵਿੱਚ ਜਲ ਸੁੱਕਿਆ ਹੋਇਆ ਏ। ਬੈਸੇ ਨੀਵ ਸਥਾਨ ਕਿਰਪਾਲਾ। ਜਿੱਥੇ ਨੀਵਾਂ ਥਾਂ ਹੈ ਨਾ ਤਲਾਬ ਦੇ ਅੰਦਰ ਕਿਰਪਾਲੂ ਸਤਿਗੁਰੂ ਜੀ ਉੱਥੇ ਬੈਠੇ ਹੋਏ ਨੇ। ਅਵਲੋਕਿਓ ਕਾਲੂ ਜਿਹ ਕਾਲਾ। ਜਿਸ ਸਮੇਂ ਬਾਬਾ ਕਾਲੂ ਜੀ ਨੇ ਵੇਖਣਾ ਕੀਤਾ ਬੋਲਤ ਭਾ ਦੁਰਬਚਨ ਵਿਸਾਲਾ। ਬਹੁਤ ਖੋਟੇ ਬਚਨ ਤੇ ਸਮੇਂ ਆਪਣੇ ਮੁਖ ਤੋਂ ਜਿਹੜੇ ਸੀ ਨਾ ਉਹ ਬੋਲਣ ਲੱਗੇ ਬਾਬਾ ਕਾਲੂ ਜੀ। ਗਹਿ ਕਰ ਬੂਜਤ ਰਿਸ ਕਰ ਭਾਰੀ। ਬਹੁਤ ਭਾਰੀ ਗੁੱਸਾ ਕਰਕੇ ਨਾ ਮਹਾਰਾਜ ਨੂੰ ਕਾ ਹੱਥ ਤੋਂ ਫੜ ਕਰਕੇ ਬਾਜੂ ਤੋਂ ਫੜ ਕੇ ਝੰਜੋੜ ਕਰਕੇ ਪੁੱਛਣ ਲੱਗੇ ਕਹਾਂ ਕਾਰਖਿਕ ਸਦਨ ਉਜਾਰੀ। ਕਿੱਥੇ ਨੇ 20 ਰੁਪਏ ਮੇਰਾ ਘਰ ਉਜਾੜ ਦਿੱਤਾ ਏ। ਕਹਾਂ ਬਨਜ ਜੋ ਤੈ ਕਰ ਲਿਆਇਓ। ਤੇ ਕਿੱਥੇ ਆ ਸੌਦਾ ਜਿਹੜਾ ਤੁਸੀਂ ਵਪਾਰ ਕਰਕੇ ਲੈ ਆਏ ਹੋ। ਘਰ ਜਨਮਿਓ ਮਮ ਨਾਮ ਗਵਾਇਓ। ਮੇਰੇ ਘਰ ਵਿੱਚ ਕੀ ਜਨਮ ਲਿਆ ਮੇਰਾ ਨਾਮ ਹੀ ਗਵਾ ਦਿੱਤਾ ਏ। ਸੁਨ ਕਮਲਾਨਨ ਤੂਸ਼ਨ ਠਾਨੀ। ਸੁਣ ਕਰਕੇ ਕਮਲ ਸ਼੍ਰੀ ਕੇ ਮੁਖੜੇ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ
ਚੁੱਪ ਧਾਰ ਲਈ ਹੈ ਗਰੀਬ ਨਵਾਜ ਨੇ। ਪਿਤ ਬੁਲਾਏ ਨਹਿ ਬੋਲਤ ਬਾਨੀ, ਪਿਤਾ ਦੇ ਬੁਲਾਉਣ ਤੋਂ ਮਹਾਰਾਜ ਆਪਣੇ ਮੁਖ ਤੋਂ ਨਹੀਂ ਬਚਨ ਬੋਲਦੇ। ਜਾਂ ਤੇ ਅਧਿਕ ਕ੍ਰੋਧ ਕਰ ਕਾਲੂ, ਇਸ ਕਰਕੇ ਬਾਬਾ ਕਾਲੂ ਜੀ ਨੇ ਬਹੁਤ ਗੁੱਸਾ ਕਰਕੇ ਕਰੀ ਤਾੜਨਾ ਤਰਾਸ ਬਿਸਾਲੂ, ਬਹੁਤ ਜ਼ਿਆਦੀ ਤਾੜਨਾ ਕੀਤੀ ਡਰ ਦੇਣ ਵਾਸਤੇ। ਦਹਿਨ ਹਾਥ ਤੇ ਬਾਮ ਕਪੋਲਾ, ਆਪਣੇ ਸੱਜੇ ਹੱਥ ਦੇ ਨਾਲ ਮਹਾਰਾਜ ਜੀ ਦੀ ਖੱਬੀ ਗੱਲ ਦੇ ਉੱਪਰ ਹਨੇ ਤਮਾਚੇ ਬਲ ਸੋ ਤੋਲਾ, ਬਹੁਤ ਜ਼ੋਰ ਦੇ ਨਾਲ ਬਲ ਦੇ ਨਾਲ ਤੋਲ ਕਰਕੇ ਜਿਹੜੀ ਚਪੇੜ ਸੀ ਉਹ ਮਾਰ ਦਿੱਤੀ। ਬਾਮ ਹਾਥ ਤੇ ਦਹਿਨ ਗੰਡਸ ਥਲ, ਤੇ ਖੱਬੇ ਹੱਥ ਨਾਲ ਸੱਜੀ ਗੱਲ ਦੇ ਉੱਪਰ ਹਨੇ ਚਪੇਟਨ ਰਿਸ ਕਰ ਨਿਜ ਬਲ, ਤੇ ਆਪਣੇ ਸਰੀਰ ਦਾ ਬਲ ਲਾ ਕਰਕੇ ਜਿਹੜੇ ਸੀ ਨਾ ਚਪੇਟਾਂ ਭਾਵ ਚਪੇੜਾਂ ਉਹ ਮਾਰਨਾ ਕੀਤੀਆਂ। ਸ੍ਰੀ ਨਾਨਕ ਕੇ ਨੈਣਨ ਨੀਰਾ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨੇਤਰਾਂ ਵਿੱਚ ਨੀਰ ਭਰ ਆਇਆ ਜਦੋਂ ਪਿਤਾ ਜੀ ਨੇ ਇਉਂ ਮਾਰਨਾ ਕੀਤਾ। ਨਿਕਸ ਚੱਲਿਓ ਜਿਨ ਮਾਨੀ ਪੀਰਾ, ਇਉਂ ਜਲ ਨਿਕਲ ਕੇ ਨੇਤਰਾਂ ਵਿੱਚੋਂ ਵਹਿ ਤੁਰਿਆ ਜਿਵੇਂ ਪਿਤਾ ਜੀ ਦੀ ਮਾਰ ਦੀ ਪੀੜਾ ਮੰਨੀ ਹੈ। ਮਨਹੁ ਮੀਨ ਦੋ ਪੀ ਕਰ ਪਾਨੀ, ਇਉਂ ਲੱਗਿਆ ਹੈ ਕਵੀ ਰਾਜ ਕਹਿੰਦੇ ਜਿਵੇਂ ਦੋ ਮੱਛ ਪਾਣੀ ਪੀ ਕਰਕੇ। ਬਮਨਤ ਸੋ ਅਸ ਪਰ ਹੀ ਜਾਨੀ, ਇਸ ਤਰ੍ਹਾਂ ਜਾਣਿਆ ਜਾਂਦਾ ਜਿਵੇਂ ਉਹ ਪਾਣੀ ਪੀ ਕਰਕੇ ਪਾਣੀ ਨੂੰ ਹੀ ਜਲ ਨੂੰ ਉਗਲ ਰਹੇ ਹੋਣ। ਮਹਾਰਾਜ ਜੀ ਦੇ ਦੋ ਨੇਤਰ ਕੀ ਹੈ, ਦੋ ਮੱਛ ਹੀ ਹਨ ਜਿਹੜੇ ਪਾਣੀ ਪੀ ਕਰਕੇ ਤਲਾਬ ਦਾ ਫਿਰ ਬਾਹਰ ਪਾਣੀ ਉਗਲ ਰਹੇ ਹੈ। ਇੰਨਾ ਨੀਰ ਮਹਾਰਾਜ ਜੀ ਦੇ ਨੇਤਰਾਂ ਤੋਂ ਵਹਿ ਤੁਰਿਆ ਹੈ। ਭਰੇ ਕਮਲ ਦਲ ਜਲ ਜਿਉ ਸੋਭਾ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨੇਤਰ ਇਉਂ ਸੋਭ ਰਹੇ ਐ ਜਿਵੇਂ ਕਮਲ ਦੀਆਂ ਦਲ ਪੰਖੜੀਆਂ ਜਿਹੜੀਆਂ ਹਨ ਇਉਂ ਨੀਰ ਨਾਲ ਜਲ ਨਾਲ ਭਰੀਆਂ ਸੋਭਦੀਆਂ ਨੇ। ਬੁੰਦਨ ਪਰ ਮੁਕਤਾ ਛਬ ਲੋਭਾ, ਤੇ ਜਿਹੜੀਆਂ ਬੂੰਦਾਂ ਡਿੱਗ ਰਹੀਆਂ ਨਾ ਅਥਰੂਆਂ ਦੀਆਂ ਉਦਾਂ ਦੇ ਉੱਤੇ ਤਾਂ ਮੋਤੀਆਂ ਦੀ ਸੋਭਾ ਲੁਭਾਇਮਾਨ ਹੋ ਰਹੀ ਆ। ਭਾਵ ਮੋਤੀ ਇੰਨੇ ਸੁੰਦਰ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨੇਤਰਾਂ ਦੇ ਅੰਦਰੋਂ ਜਿਹੜੀਆਂ ਬੂੰਦਾਂ ਜਿਹੜੀਆਂ ਹਨ ਉਹ ਡਿੱਗ ਰਹੀਆਂ ਹਨ। ਸੋਹਤ ਪਰ ਗਏ ਨੀਲ ਕਪੋਲਾ, ਸੱਚੇ ਪਾਤਸ਼ਾਹ ਜੀ ਦੇ ਜਿਹੜੇ ਗੱਲਾਂ ਦੇ ਉੱਪਰ ਜਿਹੜੇ ਨੀਲ ਹਨ ਉਹ ਇਹੋ ਜਿਹੇ ਪੈ ਗਏ ਆ ਤੇ ਇਉਂ ਸੁੰਦਰ ਲੱਗ ਰਹੇ ਹਨ ਜਿਉ ਉਤਪਲ ਪਰ ਅਲਨ ਅਡੋਲਾ, ਜਿਵੇਂ ਕਮਲ ਫੁੱਲ ਦੇ ਉੱਤੇ ਜਿਹੜੇ ਭੌਰੇ ਹਨ ਉਹ ਡੋਲਦੇ ਹਨ। ਮਹਾਰਾਜ ਦੇ ਗੋਰੀਆਂ ਗੋਰੀਆਂ ਗੱਲਾਂ ਦੇ ਉੱਤੇ ਸੱਚੇ ਪਾਤਸ਼ਾਹ ਜੀ ਦੇ ਨੀਲ ਪੈ ਗਏ ਹੈ। ਕਵੀ ਰਾਜ ਕਹਿੰਦੇ ਉਹ ਕਮਲ ਫੁੱਲ ਦੇ ਉੱਤੇ ਜਿਵੇਂ ਭੌਰਾ ਆ ਕੇ ਬੈਠ ਜਾਂਦਾ ਹੈ ਇਸ ਤਰ੍ਹਾਂ ਦਾ ਤੇ ਸਮੇਂ ਲੱਗ ਰਿਹਾ ਏ। ਕਿਦੋਂ ਹੁਤੋ ਅਕਲੰਕ ਮਯੰਕਾ, ਕਿਦੋਂ ਜਾਣੋ ਕਹਿੰਦੇ ਜਾਂ ਕਿ ਕਲੰਕ ਤੋਂ ਰਹਿਤ ਜਿਹੜਾ ਜਿਵੇਂ ਮਯੰਕਾ ਚੰਦਰਮਾ ਹੁੰਦਾ ਹੈ। ਮ੍ਰਿਗ ਛਾਲਾ ਤੇ ਭਇਓ ਸੋ ਅੰਕਾ, ਤੇ ਜਿਵੇਂ ਰਿਖੀ ਦੀ ਮ੍ਰਿਗਸ਼ਾਲਾ ਦੇ ਨਾਲ ਜਿਵੇਂ ਉਹ ਦਾਗ ਲੱਗਾ ਸੀਗਾ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਚੰਦਰਮਾ ਵਰਗਾ ਮੁਖੜਾ ਹੈ ਤੇ ਪਿਤਾ ਜੀ ਦੇ ਮਾਰਨ ਕਰਕੇ ਜਿਹੜੇ ਨੀਲ ਪੈ ਗਏ ਹਨ। ਪਹੁੰਚੀ ਨਿਕਟ ਨਾਨਕੀ ਤੂਰਨ, ਬੇਬੇ ਨਾਨਕੀ ਜੀ ਮਹਾਰਾਜ ਦੇ ਵੱਡੇ ਭੈਣ ਜੀ ਬੜੀ ਛੇਤੀ ਨਾਲ ਹੀ ਪਿੱਛੋਂ ਚੱਲਦੇ ਹੋਏ ਕੋਲ ਆ ਗਏ। ਪਿਤ ਕਰ ਗਹਿਓ ਜੋ ਰਿਸ ਮੈਂ ਪੂਰਨ, ਪਿਤਾ ਬਾਬਾ ਕਾਲੂ ਜੀ ਦਾ ਹੱਥ ਪਕੜ ਲਿਆ ਬੇਬੇ ਨਾਨਕੀ ਜੀ ਨੇ ਜੋ ਗੁੱਸੇ ਵਿੱਚ ਭਰੇ ਹੋਏ ਹਨ। ਬਹੁਰ ਬਿਲੋਕਨ ਲੋਕ ਜੇ ਆਏ, ਔਰ ਜਿਹੜੇ ਵੇਖਣ ਵਾਸਤੇ ਤਲਵੰਡੀ ਦੇ ਲੋਕ ਵੀ ਆ ਗਏ ਨੇ। ਵਰਜਿਓ ਬਹੁਤ ਭਾਂਤ ਸਮਝਾਏ, ਸਾਰਿਆਂ ਨੇ ਬਹੁਤ ਤਰੀਕਿਆਂ ਨਾਲ ਸਮਝਾ ਕੇ ਬਾਬਾ ਕਾਲੂ ਜੀ ਨੂੰ ਵਰਜਣਾ ਕੀਤਾ, ਹਟਾਉਣਾ ਕੀਤਾ। ਸੁਖ ਸਾਗਰ ਕੋ ਲੈ ਨਿਜ ਸੰਗਾ, ਸੁੱਖਾਂ ਦੇ ਸਾਗਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਲੈ ਕੇ ਆਪਣੇ ਨਾਲ। ਨੀਰ ਪਹੁੰਚਤ ਮੁਖ ਪ੍ਰੇਮ ਉਮੰਗਾ, ਮਨ ਦੇ ਅੰਦਰ ਬੜੇ ਪ੍ਰੇਮ ਦੇ ਉਤਸ਼ਾਹ ਨਾਲ ਮਹਾਰਾਜ ਜੀ ਦੇ ਮੁਖੜੇ ਤੋਂ ਬੇਬੇ ਨਾਨਕੀ ਜੀ ਆਪਣੇ ਪੱਲੂ ਨਾਲ ਨੀਰ ਸਾਫ਼ ਕਰਦੇ ਆ, ਮਹਾਰਾਜ ਦੇ ਅਥਰੂਆਂ ਨੂੰ ਪੂੰਝਦੇ ਹਨ। ਮ੍ਰਿਦੁਲ ਗਿਰਾ ਕਹਿ ਦੇਤ ਦਿਦਾਸਾ, ਤੇ ਬਹੁਤ ਕੋਮਲ ਬਚਨ ਕਹਿ ਕੇ ਬੇਬੇ ਨਾਨਕੀ ਜੀ ਦਿਲਾਸਾ ਦਿੰਦੇ ਆ, ਧਰਵਾਸ ਦਿੰਦੇ ਹਨ ਸ੍ਰੀ ਗੁਰੂ ਜੀ ਨੂੰ। ਮੰਦ ਮੰਦ ਗਮਨੇ ਪੁਰ ਆਸਾ, ਹੌਲੀ ਹੌਲੀ ਚੱਲਦੇ ਹੋਏ ਸੱਚੇ ਪਾਤਸ਼ਾਹ ਇਸ ਤਰ੍ਹਾਂ ਨਗਰ ਨੂੰ ਆਏ ਆ, ਬੇਬੇ ਨਾਨਕੀ ਜੀ ਨਾਲ ਲੈ ਕੇ ਆ ਰਹੇ ਨੇ। ਮਾਤ ਬਿਲੋਕਤ ਲੋਚਨ ਲਾਈ, ਮਾਤਾ ਤ੍ਰਿਪਤਾ ਜੀ ਨਿਗਾਹ ਲਾ ਕਰਕੇ ਉਸ ਪਾਸੇ ਵੱਲ ਨੂੰ ਵੇਖ ਰਹੇ ਨੇ ਕਿ ਕੀ ਹੋਵੇਗਾ। ਪਤਾ ਨਹੀਂ ਜਿਹੜੇ ਮੇਰੇ ਪਤੀ ਬਾਬਾ ਕਾਲੂ ਜੀ ਉਹ ਗੁੱਸੇ ਵਿੱਚ ਹਨ, ਇਉਂ ਦਿਲ ਬੜਾ ਧੜਕ ਰਿਹਾ ਸੀ
ਚਿੰਤਾ ਕਰਕੇ ਮਾਤਾ ਜੀ ਉਧਰ ਨੂੰ ਵੇਖ ਰਹੇ ਹਨ, ਉਸ ਪਾਸੇ ਵੱਲ ਨੂੰ। ਪੂਰਨ ਪ੍ਰੇਮ ਵਹਿਰਪੁਰ ਆਈ। ਪ੍ਰੇਮ ਵਿੱਚ ਪੂਰਨ ਹੋਏ ਭਰੇ ਹੋਏ ਮਾਤਾ ਜੀ ਵੀ ਨਗਰ ਤੋਂ ਬਾਹਰ ਹੀ ਆ ਗਏ, ਫਿਕਰ ਕਰਦੇ ਹੋਏ। ਸੱਜਲ ਬਿਲੋਚਨ ਸੁਤਿਹ ਬਿਲੋਕੀ। ਜਦੋਂ ਆਪਣੇ ਪੁੱਤਰ ਭਾਵ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਿਆ, ਨੇਤਰ ਸੱਜਲ ਹੋਏ, ਨੇਤਰਾਂ ਵਿੱਚੋਂ ਨੀਰ ਵਹਿ ਰਿਹਾ ਏ। ਭਈ ਪ੍ਰੇਮ ਕੀ ਉਮਗ ਅਰੋਕੀ। ਤੇ ਮਾਤਾ ਜੀ ਨੂੰ ਪ੍ਰੇਮ ਦਾ ਇਹੋ ਜਿਹਾ ਉਮਾਹੜਾ ਉਤਸ਼ਾਹ ਆਇਆ ਜਿਹੜਾ ਫਿਰ ਰੋਕਿਆ ਨਾ ਜਾ ਸਕਿਆ। ਇਉਂ ਮਾਤਾ ਜੀ ਜਦੋਂ ਗੁਰੂ ਨਾਨਕ ਸਾਹਿਬ ਦੇ ਨੇਤਰਾਂ 'ਚ ਨੀਰ ਵੇਖਿਆ ਤੇ ਪ੍ਰੇਮ ਦਾ ਉਤਸ਼ਾਹ ਇੰਨਾ ਵਧਿਆ ਕਿ ਰੋਕਿਆ ਨਹੀਂ ਗਿਆ ਮਾਤਾ ਜੀ ਕੋਲੋਂ। ਕੰਠ ਲਗਾਏ ਨੈਣ ਭਰ ਆਏ। ਮਹਾਰਾਜ ਜੀ ਨੂੰ ਆਪਣੇ ਕੰਠ ਲਾ ਲਿਆ ਮਾਤਾ ਜੀ ਨੇ, ਤੇ ਸੱਚੇ ਪਾਤਸ਼ਾਹ ਜੀ ਦੇ ਮਾਤਾ ਤ੍ਰਿਪਤਾ ਜੀ ਦੇ ਨੇਤਰ ਭਰ ਗਏ ਬਰਾਗ ਦੇ ਨਾਲ। ਅਸਰ ਸੰਗ ਸੁਤ ਅੰਗ ਪਿਗਾਹੇ। ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਸਾਰੇ ਅੰਗ ਹੀ ਅਥਰੂਆਂ ਨਾਲ ਭਿਉਂ ਦਿੱਤੇ। ਆਨ ਸਦਨ ਮਹਿ ਬਦਨ ਨਿਹਾਰੀ। ਆ ਕੇ ਘਰ ਦੇ ਅੰਦਰ ਮੁਖੜਾ ਵੇਖਣ ਲੱਗੇ। ਪਹੁੰਚਤ ਚਾਰ ਬਿਲੋਚਨ ਬਾਰੀ। ਤੇ ਮਹਾਰਾਜ ਸਾਹਿਬ ਦੇ ਸੁੰਦਰ ਨੇਤਰ ਜਿਹੜੇ ਆ ਆਪਣੇ ਪੱਲੂ ਦੇ ਨਾਲ ਮਾਤਾ ਤ੍ਰਿਪਤਾ ਜੀ ਪੂੰਝਦੇ ਹਨ। ਸੁਤ ਨਾ ਕਰੋ ਕਾਰਜ ਅਬ ਕੋ। ਕਹਿਣ ਲੱਗੇ ਮਾਤਾ ਜੀ, ਹੈ ਪੁੱਤਰ ਨਾਨਕ, ਹੁਣ ਕੋਈ ਕੰਮ ਤੁਸੀਂ ਨਾ ਕਰਨਾ ਕਰਿਓ। ਵਿਚਰੋ ਪੁਰ ਮਹਿ ਸਵੇਛਾ ਹੋ। ਜਿੱਥੇ ਤੁਹਾਡੀ ਆਪਣੀ ਇੱਛਾ ਹੈ, ਜਿੱਥੇ ਮਰਜ਼ੀ ਆ ਉੱਥੇ ਨਗਰ ਵਿੱਚ ਵਿਚਰਨਾ ਕਰੋ। ਜੇ ਨਾ ਕਰੋਗੇ ਕੋ ਵਿਵਹਾਰਾ। ਜੇ ਤੁਸੀਂ ਕੋਈ ਵੀ ਭਾਵੇਂ ਵਿਵਹਾਰ ਨਾ ਕਰੋਗੇ, ਨਹਿ ਬਿਗੜੈ ਕਛ ਹੋਏ ਨਾਰਾਰਾ। ਸਾਡਾ ਕੁਝ ਵੀ ਨਹੀਂ ਵਿਗੜਨ ਲੱਗਾ, ਕੋਈ ਝਗੜਾ ਨਹੀਂ ਕਰੇਗਾ। ਸਦਨ ਤੀਨ ਸੁਖ ਸਰਬ ਵਿਧਾਤਾ। ਵਿਧਾਤੇ ਨੇ, ਪਰਮੇਸ਼ਰ ਨੇ ਸਾਰੇ ਸੁੱਖ ਹੀ ਘਰ ਵਿੱਚ ਬਖਸ਼ੇ ਹੋਏ ਨੇ। ਬੈਠੇ ਸਦਾ ਰਹੋ ਰੰਗ ਰਾਤਾ। ਤੇ ਇੱਥੇ ਬੈਠੇ ਹੁਣ ਘਰ ਵਿੱਚ ਹੀ ਸਦਾ ਵਾਹਿਗੁਰੂ ਦੇ ਪਿਆਰ ਰੰਗ ਵਿੱਚ ਰੰਗੇ ਰਹੋ। ਕੇਤਕ ਮਾਨਵ ਦੇਖਣ ਹਾਰੇ। ਕਿੰਨੇ ਕੁ ਜਿਹੜੇ ਲੋਕ ਵੇਖਣ ਵਾਲੇ ਸਨ। ਜਸ ਪਦ ਗਏ ਰਾਏ ਕੇ ਦਵਾਰੇ। ਬੜੀ ਛੇਤੀ ਦੇ ਨਾਲ ਹੀ ਰਾਏ ਬੁਲਾਰ ਜੀ ਦੇ ਉਹ ਮਹਿਲਾਂ ਵਿੱਚ ਚਲੇ ਗਏ। ਜਹ ਬੈਸਿਓ ਨਿਜ ਸਭਾ ਲਗਾਈ। ਜਿੱਥੇ ਰਾਏ ਬੁਲਾਰ ਜੀ ਬੈਠੇ ਆ ਆਪਣੀ ਸਭਾ ਲਗਾ ਕਰਕੇ, ਤਹਾਂ ਜਾਏ ਸਭ ਬਾਤ ਸੁਨਾਈ। ਉੱਥੇ ਜਾ ਕਰਕੇ ਸਾਰੀ ਗੱਲ ਰਾਏ ਬੁਲਾਰ ਜੀ ਨੂੰ ਦੱਸ ਦਿੱਤੀ। 20 ਰਜਤ ਪਣ ਕਾਲੂ ਨੰਦਨ। ਕਿ ਬਾਬਾ ਕਾਲੂ ਜੀ ਦੇ ਸੁਪੁੱਤਰ ਜੋ ਹਨ ਉਹਨਾਂ ਨੇ 20 ਰੁਪਈਏ ਦੀਨੇ ਸੰਤਨ ਕੋ ਕਰ ਬੰਦਨ। ਸੰਤਾਂ ਦੇ ਅੱਗੇ ਭੇਟ ਕਰ ਦਿੱਤੇ, ਨਮਸਕਾਰ ਕਰਕੇ ਮਹਾਂਪੁਰਖਾਂ ਨੂੰ। ਦਇਆ ਯੁਕਤ ਜਿਹ ਮ੍ਰਿਦੁਲ ਸੁਭਾਉ। ਦਇਆ ਦੇ ਸਹਿਤ ਜਿਨ੍ਹਾਂ ਦਾ ਬੜਾ ਹੀ ਕੋਮਲ ਸੁਭਾਅ ਹੈ। ਨਗਨ ਛੁਦਾ ਤੁਰ ਪਿਖ ਨਾ ਸਕਾਉ। ਕਿਸੇ ਨੂੰ ਨੰਗਾ ਤੇ ਭੁੱਖਾ ਜਿਹੜਾ ਵੇਖ ਨਹੀਂ ਸਕਦੇ ਹਨ। ਕਾਲੂ ਹਨੇ ਚਪੇਟਨ ਜੋਰਾ। ਤੇ ਹੇ ਰਾਏ ਜੀ, ਬੜੀਆਂ ਚਪੇੜਾਂ ਜ਼ੋਰ ਨਾਲ ਬਾਬਾ ਕਾਲੂ ਜੀ ਨੇ ਮਾਰੀਆਂ ਨੇ। ਅਤ ਤਰਾਸਤ ਜਹ ਤਰਸ ਨਾ ਥੋਰਾ। ਬਹੁਤ ਜ਼ਿਆਦਾ ਡਰਾਉਣਾ ਕੀਤਾ, ਜਿਨ੍ਹਾਂ ਨੂੰ ਥੋੜਾ ਜਿੰਨਾ ਵੀ ਤਰਸ ਨਹੀਂ ਆਇਆ ਬਾਬਾ ਕਾਲੂ ਜੀ ਨੂੰ। ਸੁਨਤ ਕਾਨ ਇਬ ਰਾਏ ਬੁਲਾਰਾ। ਜਦੋਂ ਕੰਨਾਂ ਵਿੱਚ ਰਾਏ ਬੁਲਾਰ ਜੀ ਨੇ ਇਸ ਪ੍ਰਕਾਰ ਸੁਣਿਆ, ਸ੍ਰੀ ਨਾਨਕ ਜਿਹ ਕੋ ਬਹੁ ਪਿਆਰਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਰਾਏ ਬੁਲਾਰ ਜੀ ਨੂੰ ਬਹੁਤ ਹੀ ਪਿਆਰੇ ਲੱਗਦੇ ਆ, ਸ੍ਰੀ ਗੁਰੂ ਜੀ ਇੰਨਾ ਮਹਾਰਾਜ ਨਾਲ ਪਿਆਰ ਕਰਦੇ ਆ, ਸ਼ਰਧਾ ਕਰਦੇ ਆ, ਇਉਂ ਮਨ ਵਿੱਚ ਸਮਝਦੇ ਆ ਕਿ ਸਾਰੀ ਨਗਰੀ ਦੇ ਮਾਲਕ ਗੁਰੂ ਜੀ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਬਹੁਤੇ ਹੀ ਪਿਆਰੇ ਲੱਗਦੇ ਹਨ ਰਾਏ ਬੁਲਾਰ ਜੀ ਨੂੰ। ਪ੍ਰੀਤ ਸੰਗ ਹਿਰਦਾ ਭਰਪੂਰਨ। ਤੇ ਪ੍ਰੇਮ ਦੇ ਨਾਲ ਹਿਰਦਾ ਜਿਹੜਾ ਸੀ ਨਾ ਤੇ ਸਮੇਂ ਭਰ ਗਿਆ ਰਾਏ ਬੁਲਾਰ ਜੀ ਦਾ। ਦਾਸ ਬੁਲਾਏ ਪਠਾਇਓ ਤੂਰਨ। ਤੇ ਤਿਸ ਸਮੇਂ ਨੌਕਰ ਇੱਕ ਬੁਲਾ ਕਰਕੇ ਨਾ ਬੜੀ ਛੇਤੀ ਨਾਲ ਤੇ ਸਮੇਂ ਭੇਜਣਾ ਕੀਤਾ। ਜਿਵੇਂ ਨੌਕਰ ਨੂੰ ਭੇਜ ਕਰਕੇ ਫਿਰ ਬਾਬਾ ਕਾਲੂ ਜੀ ਨੂੰ ਹੁਣ ਰਾਏ ਬੁਲਾਰ ਜੀ ਬੁਲਾਉਂਦੇ ਆ ਤੇ ਕਿਹਾ ਕਿ ਸ੍ਰੀ ਗੁਰੂ ਜੀ ਨੂੰ ਵੀ ਨਾਲ ਲੈ ਕਰਕੇ ਆਉਣਾ। ਇਉਂ ਰਾਏ ਬੁਲਾਰ ਜੀ ਬੁਲਾ ਕਰਕੇ ਜਿਵੇਂ ਬਾਬਾ ਕਾਲੂ ਜੀ ਨੂੰ ਕੀ ਕਹਿੰਦੇ ਆ, ਇਹ ਕੱਲ ਦੇ ਪ੍ਰਸੰਗ ਵਿੱਚ ਆਪਾਂ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਗਰੀਬ ਨਵਾਜ ਜੀ। ਸਤਿਗੁਰੂ ਜੀ ਨੇ ਬਾਬਾ ਕਾਲੂ ਜੀ ਨਹੀਂ ਸੀ ਜਾਣਦੇ ਕਿ 20 ਰੁਪਈਆਂ ਦੇ ਵਿੱਚ ਐਡੀ ਬਰਕਤ ਮਹਾਰਾਜ ਜੀ ਨੇ ਪਾਈ ਕਿ ਸਦਾ ਵਾਸਤੇ ਅਟੁੱਟੀ ਲੰਗਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਚਲਾ ਦਿੱਤਾ। ਜਿੱਥੇ ਵੀ ਸਤਿਗੁਰਾਂ ਜੀ ਦੇ ਸਿੱਖ ਵਸਦੇ ਆ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਜਿੱਥੇ ਜਿੱਥੇ ਧਰਮਸ਼ਾਲਾ ਨੇ, ਗੁਰਦੁਆਰੇ ਸਾਹਿਬ ਹਨ, ਉੱਥੇ ਉੱਥੇ ਇੱਕ ਰਸ ਲੰਗਰ ਦਾ ਜਿਹੜਾ ਹੈ ਉਹ ਪ੍ਰਸਾਦ ਅੱਜ ਵੀ ਸਭ ਨੂੰ ਮਿਲਦਾ ਹੈ, ਬਿਨਾਂ ਵਿਤਕਰੇ ਤੋਂ ਮਿਲਦਾ ਹੈ।
ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸੇ ਕਰਕੇ ਕਿਹਾ ਸੀ, ਭਾਈ ਬਾਲਾ ਇਸ ਤੋਂ ਖਰਾ ਸੌਦਾ ਨਹੀਂ ਕੋਈ ਹੋਰ। ਸੱਚੇ ਪਾਤਸ਼ਾਹ ਜੀ ਦੀ ਉਹ ਪਵਿੱਤਰ ਯਾਦਗਾਰ ਗੁਰਦੁਆਰਾ ਸੱਚਾ ਸੌਦਾ ਸਾਹਿਬ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿੱਥੇ ਜਿੱਥੇ ਕੌਤਕ ਕੀਤੇ ਹੈ ਉੱਥੇ ਉੱਥੇ ਸੁੰਦਰ ਅਸਥਾਨ ਵਿਦਿਮਾਨ ਹਨ। ਉਹ ਵਣ ਦਾ ਰੁੱਖ ਵੀ ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਸੁੱਕੇ ਤਲਾਬ ਦੇ ਨਜ਼ਦੀਕ ਮਹਾਰਾਜ ਬੈਠੇ ਸੀਗੇ, ਸੱਚੇ ਪਾਤਸ਼ਾਹ ਜੀ ਦੀ ਉਹ ਵੀ ਪਵਿੱਤਰ ਯਾਦਗਾਰ ਮੌਜੂਦ ਹੈ। ਸੰਗਤਾਂ ਦਰਸ਼ਨ ਕਰਦੀਆਂ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਹ ਪਾਵਨ ਇਤਿਹਾਸ। ਰਾਏ ਬੁਲਾਰ ਜੀ ਜਿਵੇਂ ਮਹਾਰਾਜ ਸਾਹਿਬ ਜੀ ਨੂੰ ਵੀ ਬੁਲਾਉਣਾ ਹੈ ਤੇ ਮਹਾਰਾਜ ਦੇ ਪਿਤਾ ਜੀ ਨੂੰ ਬੁਲਾ ਕਰਕੇ ਜਿਵੇਂ ਸਖਤ ਤਾੜਨਾਮਾ ਕਰਦੇ ਹਨ, ਇਹ ਕੱਲ ਦੇ ਇਤਿਹਾਸ ਵਿੱਚ ਆਪਾਂ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਪ੍ਰੀਤ ਸੰਗ ਹਿਰਦਾ ਭਰਪੂਰਨ, ਦਾਸ ਬੁਲਾਏ ਪਠਾਇਓ ਤੂਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। हे पूरन हे सर्ब में दुख भंजन गुण तास। हे संगी हे निरंकार, हे निर्गुण सब टेक। हे गोबिंद हे गुण निधान, जाकै सदा बबेक। हे अपरंपर हर हरे, हर पी होवन हार। हे संत है कै सदा संग, निधारा आधार। ठाकुर हूँ दासरो, मैं निर्गुण गुण नहीं कोय। नानक दीजै नाम दान, राखो हिय परोए। आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़े सो उतरे पार। जो श्रद्धा कर सेम दे, गुर पार उतारन हार। कथा निता प्रत होत है, सुनहु सुसिंग सुजान। नानक गुरु गोबिंद सिंह जी, सदा करੈ कल्याण। नानक गुरु गोबिंद सिंह जी, सदा करੈ कल्याण। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।